ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸ੍ਰੀ ਨਾਨਕ ਕੀ ਸੁੰਦਰ ਗਾਥਾ। ਅੰਗਦ ਮਗਨ ਲਗਿਓ ਮਨ ਧਿਆਨਾ। ਆਸਨ ਬੈਸਿਓ ਭਈ ਮਹਾਨਾ। ਜਿਸ ਮੈਂ ਭਣਤ ਰਹਿਓ ਤਿਨ ਸਾਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾ ਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਮਹਾਨ ਕਿਰਪਾਲਤਾ ਦਇਆਲਤਾ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਤਿਗੁਰੂ ਜੀ ਦੇ ਅੰਮ੍ਰਿਤਮਈ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਗੁਰੂ ਸਾਹਿਬ ਜੀ ਕੇ ਪਾਵਨ ਦਰਬਾਰ ਦੀ ਹਾਜ਼ਰੀ ਭਰਦਿਆਂ ਹੋਇਆਂ ਗੁਰੂ ਕੀ ਸੰਗਤ ਜੀ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਬਾਣੀ ਦੇ ਕੀਰਤਨ ਦਾ ਪ੍ਰਵਾਹ ਚੱਲਿਆ। ਗੁਰਸਿੱਖ ਸੰਗਤਾਂ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਲੜੀਵਾਰ ਰੂਪ ਦੇ ਵਿੱਚ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਪ੍ਰਾਰੰਭ ਹੋਈ ਹੈ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਜਿਸ ਦੇ ਦੂਸਰੇ ਅਧਿਆਏ ਦੀ ਆਰੰਭਤਾ ਹੋਈ ਹੈ। ਸਾਧ ਸੰਗਤ ਜੀ ਪਹਿਲੇ ਅਧਿਆਏ ਦੇ ਵਿੱਚ ਕਵੀ ਭਾਈ ਸੰਤੋਖ ਸਿੰਘ ਜੀ ਨੇ ਮੰਗਲਾਚਰਨ ਕੀਤੇ ਔਰ ਦੂਸਰੇ ਅਧਿਆਏ ਦੇ ਵਿੱਚ ਜਿਸ ਪ੍ਰਕਾਰ ਭਾਈ ਬਾਲਾ ਜੀ ਉਹ ਸ੍ਰੀ ਖਡੂਰ ਸਾਹਿਬ ਪਹੁੰਚ ਕਰਕੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਵਾਜ਼ ਜਦੋਂ ਗੁਰਤਾ ਗੱਦੀ ਦੇ ਤਖਤ ਤੇ ਸੋਭਨੀਕ ਹੋਏ ਬਿਕਰਮੀ ਸੰਮਤ 1596 ਨੂੰ ਤਾਂ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਆਗਿਆ ਦੇ ਅਨੁਸਾਰ ਮਹਾਰਾਜ ਨੇ ਬਚਨ ਕੀਤਾ ਸੀ ਕਿ ਪੁਰਖਾ ਹੁਣ ਤੁਸੀਂ ਸ੍ਰੀ ਖਡੂਰ ਸਾਹਿਬ ਦੇ ਵਿੱਚ ਚਲੇ ਜਾਓ। ਤਾਂ ਮਹਾਰਾਜ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚੋਂ ਫਿਰ ਸ੍ਰੀ ਖਡੂਰ ਸਾਹਿਬ ਵਿੱਚ ਪਹੁੰਚ ਗਏ ਸਨ, ਜਿਸ ਦਾ ਜ਼ਿਕਰ ਗੁਰਬਾਣੀ ਦੇ ਅੰਦਰ ਗੁਰੂ ਘਰ ਦੇ ਰਬਾਬੀ ਸਿੱਖਾਂ ਨੇ ਕੀਤਾ ਹੈ। ਫੇਰ ਵਸਾਇਆ ਫੇਰ ਵਾਣ ਸਤਿਗੁਰ ਖਾਡੂਰ।
ਖਡੂਰ ਨਗਰ ਪਹਿਲਾਂ ਵੀ ਵਸਦਾ ਸੀ ਸਾਧ ਸੰਗਤ ਜੀ, ਪਰ ਮਹਾਰਾਜ ਸਾਹਿਬ ਜੀ ਜਦੋਂ ਗੁਰਤਾ ਗੱਦੀ ਦੇ ਮਾਲਕ ਬਣੇ ਤਾਂ ਆਪ ਜੀ ਨੇ ਖਡੂਰ ਸਾਹਿਬ ਦੇ ਵਿੱਚ ਆ ਕਰਕੇ ਚਰਨ ਪਾਏ, ਤਾਂ ਫਿਰ ਮਹਾਰਾਜ ਸਾਹਿਬ ਜੀ ਨੇ ਖਡੂਰ ਸਾਹਿਬ ਨੂੰ ਵਸਾ ਦਿੱਤਾ। ਕਿਉਂਕਿ ਵਸਣਾ ਇੱਕ ਤਾਂ ਸੰਸਾਰੀ ਤੌਰ ਤੇ ਨਗਰੀ ਵਸਦੀ ਹੈ, ਲੋਕ ਵਸਦੇ, ਉਹਨੂੰ ਵੀ ਵਸਣਾ ਕਹਿੰਦੇ, ਪਰ ਗੁਰਮਤਿ ਦੇ ਅਨੁਸਾਰ ਉਹ ਨਗਰ ਆਬਾਦ ਹੈ, ਉੱਥੇ ਕੋਈ ਵਸੋਂ ਹੈ ਜਿੱਥੇ ਨਾਮ ਜਪਿਆ ਜਾਂਦਾ ਹੈ। ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਉ। ਜੇ ਨਾਮ ਨਹੀਂ ਜਪਿਆ ਜਾਂਦਾ, ਭਾਵੇਂ ਉਹ ਵਸਦੀ ਹੈ, ਭਾਵੇਂ ਉਹ ਨਗਰ ਹੈ, ਸ਼ਹਿਰ ਹੈ, ਪਰ ਗੁਰੂ ਸਾਹਿਬ ਨੇ ਕਹਿ ਦਿੱਤਾ ਉਹ ਉਜਾੜ ਹੈ। ਮਹਾਰਾਜ ਸਾਹਿਬ ਜੀ ਨੇ ਖਡੂਰ ਸਾਹਿਬ ਦੀ ਧਰਤੀ ਨੂੰ ਭਾਗ ਲਾਏ, ਗੁਰਤਾ ਗੱਦੀ ਦੇ ਤਖਤ ਤੇ ਸੋਭਨੀਕ ਹੋਏ, ਸੰਗਤਾਂ ਨੂੰ ਦਰਸ਼ਨ ਦਿੱਤੇ। ਸੰਗਤਾਂ ਦੂਰ ਦੁਰਾਡੇ ਤੋਂ ਆ ਕੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ, ਜਿਸ ਦਾ ਜ਼ਿਕਰ ਭਾਈ ਸੰਤੋਖ ਸਿੰਘ ਜੀ ਨੇ ਆਰੰਭ ਵਿੱਚ ਕੀਤਾ ਹੈ। ਵਿੱਚ ਕਰਤਾਰਪੁਰੇ ਜਗ ਰਾਈ, ਸ੍ਰੀ ਅੰਗਦ ਕੋ ਦੀਨ ਵਡਾਈ, ਆਪਨ ਕੀਨ ਸਚਖੰਡ ਪਿਆਨਾ, ਜੋਤ ਰੂਪ ਬਿਬ ਤਨ ਪਲਟਾਨਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸਚਖੰਡ ਪਿਆਨਾ ਕੀਤਾ। ਜੋਤੀ ਸਰੂਪ ਨੇ ਇਹ ਦੂਸਰਾ ਸਰੀਰ ਹੀ ਬਦਲਿਆ ਹੈ, ਜੋਤ ਤਾਂ ਉਹੀ ਦੂਸਰੇ ਜਾਮੇ ਵਿੱਚ ਸਥਿਤ ਕੀਤੀ ਹੈ। ਜਿਉ ਅਦਪਤ ਇੱਕ ਪੋਸ਼ਿਸ਼ ਤਜ ਕੈ, ਬੈਸਹਿ ਸਭਾ ਦੁਤੀਏ ਤਨ ਸਜ ਕੈ, ਤਿਉ ਖਡੂਰ ਮਹਿਆਨ ਬਿਰਾਜੇ, ਜਿਨ ਸਿਮਰਨ ਕਲ ਕਲਮਲ ਭਾਜੇ। ਜਿਵੇਂ ਬਾਦਸ਼ਾਹ ਆਪਣੀ ਇੱਕ ਪੁਸ਼ਾਕ ਲਾਹ ਕਰਕੇ ਦੂਸਰੀ ਪਾ ਕਰਕੇ ਫਿਰ ਸਭਾ ਵਿੱਚ ਆ ਕੇ ਸਜ ਜਾਂਦਾ ਹੈ, ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਖਡੂਰ ਸਾਹਿਬ ਵਿੱਚ ਆ ਕੇ ਸੋਭਨੀਕ ਹੋਏ। ਤੇ ਫਿਰ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਧਿਆਨ ਧਰਦੇ ਆ, ਵਿਚਾਰਦੇ ਆ ਕੋਈ ਐਸਾ ਸਿੱਖ ਹੋਵੇ ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਸੁਣਾਵੇ, ਬਚਪਨ ਦੇ ਸਮੇਂ ਦਾ, ਜਵਾਨੀ ਦੇ ਸਮੇਂ ਦਾ। ਉਧਰੋਂ ਭਾਈ ਬਾਲਾ ਜੀ ਨੇ ਵਿਚਾਰਿਆ। ਭਾਈ ਬਾਲਾ ਜੀ ਫਿਰ ਜਿਵੇਂ ਰਾਏ ਭੋਏ ਦੀ ਤਲਵੰਡੀ ਤੋਂ ਚੱਲ ਕੇ ਸ੍ਰੀ ਖਡੂਰ ਸਾਹਿਬ ਆਏ, ਮਹਾਰਾਜ ਸਾਹਿਬ ਜੀ ਦੇ ਨਾਲ ਮੇਲ ਮਿਲਾਪ ਹੋਇਆ। ਇਹ ਸਾਰਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੇ ਸਾਧ ਸੰਗਤ ਜੀ ਜਿਵੇਂ ਗਾਥਾ ਆ ਰਹੀ ਹੈ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਬਾਲਾ ਜੀ ਦੇ ਪਾਸੋਂ ਕਿਵੇਂ ਇਤਿਹਾਸ ਸਰਵਣ ਕਰਦੇ ਹਨ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਜਗਤ ਗੁਰੂ ਜੀ ਦਾ ਧਿਆਨ ਧਰਦਿਆਂ ਹੋਇਆਂ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਤ ਦੇ ਸਮੇਂ ਜੋ ਸ੍ਰੀ ਖਡੂਰ ਸਾਹਿਬ ਦੇ ਵਿੱਚ ਸਿੱਖ ਸੰਗਤਾਂ ਹਨ, ਭਾਈ ਬਾਲਾ ਜੀ ਉਹਨਾਂ ਦੇ ਵਿੱਚ ਬੈਠੇ ਆ ਸੰਗਤਾਂ ਦੇ, ਤੇ ਸੰਗਤ ਦੇ ਨਾਲ ਰਾਤ ਦੇ ਸਮੇਂ ਭਾਈ ਬਾਲਾ ਜੀ ਇਤਿਹਾਸ ਸਰਵਣ ਕਰਾਉਂਦੇ ਰਹੇ ਹਨ। ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਸੋਹਣੀ ਕਥਾ ਹੈ, ਰਾਤ ਦੇ ਮੌਕੇ ਸੰਗਤਾਂ ਦੇ ਨਾਲ ਆਪ ਜੀ ਸਾਂਝੀ ਕਰਦੇ ਰਹੇ। ਦੂਸਰੇ ਪਾਸੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੋ ਭਾਈ ਬਾਲਾ ਜੀ ਨੂੰ ਮਿਲ ਕਰਕੇ ਬਹੁਤ ਵੈਰਾਗ ਦੇ ਵਿੱਚ ਆਏ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰੇਮ ਦੇ ਵਿੱਚ ਮਗਨ ਹੋ ਗਏ। ਉਸ ਮਗਨਤਾਈ ਦੇ ਵਿੱਚ ਹੀ ਮਹਾਰਾਜ ਸਾਹਿਬ ਜੀ ਨੇ ਆਪਣੇ ਆਸਨ ਤੇ ਚੌਂਕੜਾ ਲਾਇਆ ਹੋਇਆ ਹੈ ਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਧਿਆਨ ਲੱਗਿਆ ਹੋਇਆ ਹੈ। ਰਾਤ ਦੇ ਸਮੇਂ ਭਾਈ ਬਾਲਾ ਜੀ ਤੇ ਸੰਗਤਾਂ ਦੇ ਨਾਲ ਇਤਿਹਾਸ ਸਾਂਝਾ ਕਰਦੇ ਰਹੇ ਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਆਪਣੇ ਆਸਨ ਤੇ ਬੈਠੇ ਆ। ਸਾਰੀ ਰਾਤ ਲੰਘ ਗਈ, ਚੌਂਕੜਾ ਲੱਗਿਆ ਹੀ। ਸਾਰੀ ਰਾਤ ਹੀ ਮਹਾਰਾਜ ਸਾਹਿਬ ਜੀ ਧਿਆਨ ਵਿੱਚ ਬੈਠੇ ਹੋਏ ਹੀ ਸਾਰੀ ਰਾਤ ਗੁਜ਼ਰ ਗਈ ਹੈ। ਫਿਰ ਭੂਖਣ ਨਾਮ ਹੈ ਸੂਰਜ ਦਾ, ਕਹਿੰਦੇ ਦਿਨ ਚੜ ਗਿਆ, ਸੂਰਜ ਦਾ ਪ੍ਰਕਾਸ਼ ਹੋ ਗਿਆ। ਸਾਰੀ ਰਾਤ ਲੰਘ ਗਈ ਸਮਾਧੀ ਦੇ ਵਿੱਚ,
ਸਮਾਧੀ ਛੁੱਟੀ ਹੈ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਹੈ। ਵੈਸੇ ਬਹੁਰ ਬੁਲਾਇਓ ਬਾਲਾ ਫਿਰ ਮਹਾਰਾਜ ਸਾਹਿਬ ਜੀ ਦੀਵਾਨ ਵਾਲੇ ਥਾਂ ਤੇ ਆ ਕੇ ਸੋਭਨੀਕ ਹੋਏ ਬੈਠੇ ਸੰਗਤ ਦੇ ਵਿੱਚ, ਤੇ ਭਾਈ ਬਾਲਾ ਜੀ ਨੂੰ ਸੱਦਾ ਭੇਜ ਕਰਕੇ ਆਪਣੇ ਪਾਸ ਬੁਲਾਇਆ ਹੈ। ਬੰਧਨ ਕਰੀ ਅੰਤਨ ਕਰਲਾ ਭਾਈ ਬਾਲਾ ਜੀ ਆ ਗਏ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਪਾਸ, ਆ ਕੇ ਨਮਸਕਾਰ ਕੀਤੀ ਹੈ ਦੂਜੇ ਪਾਤਸ਼ਾਹ ਜੀ ਨੂੰ ਭਾਈ ਬਾਲਾ ਜੀ ਨੇ। ਦੋਹਰਾ ਬੁਰੇ ਅੰਗਦ ਸ੍ਰੀ ਮੁਖ ਕਰਿਓ ਸਭ ਇਤਿਹਾਸ ਸੁਣਾਓ। ਇਤਿਹਾਸ ਸੁਣਾਓ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਸੁਭਾਇਮਾਨ ਮੁਖ ਤੋਂ ਬਚਨ ਕੀਤਾ ਕਿ ਭਾਈ ਬਾਲਾ ਜੀ, ਤੁਸੀਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਬਹੁਤ ਪਿਆਰੇ ਸਿੱਖ ਹੋ, ਤੇ ਸਤਿਗੁਰੂ ਜੀ ਦੇ ਨਾਲ ਬਚਪਨ ਤੋਂ ਲੈ ਕਰਕੇ ਲੰਮਾ ਸਮਾਂ ਰਹੇ ਹੋ। ਤੁਸੀਂ ਸਤਿਗੁਰੂ ਜੀ ਦਾ ਸਾਰਾ ਇਤਿਹਾਸ ਸੁਣਾਓ, ਬਚਪਨ ਦਾ ਇਤਿਹਾਸ ਸੁਣਾਓ, ਜਵਾਨੀ ਦਾ ਇਤਿਹਾਸ ਸੁਣਾਓ। ਇਹ ਲੜੀਵਾਰ ਇੱਕ ਇੱਕ ਕਰਕੇ ਸਾਰਾ ਇਤਿਹਾਸ ਸੁਣਾਓ। ਸ੍ਰੀ ਨਾਨਕ ਕੇ ਜਨਮ ਤੇ ਸਗਲ ਕਥਾ ਸਮਝਾਓ। ਪਿਆਰੇ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਧਾਰਨ ਤੋਂ ਲੈ ਕੇ ਜਨਮ ਤੋਂ ਲੈ ਕਰਕੇ ਸਾਰੀ ਕਥਾ ਚੰਗੀ ਤਰ੍ਹਾਂ ਸਮਝਾਓ। ਜੋ ਭਈ ਬਾਲੇ ਮਨਪਰਤ ਕਥਾ ਕਿਆ ਉਚਾਰੀ। ਭਾਈ ਬਾਲਾ ਜੀ ਨੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਤਾਈਂ ਬੇਨਤੀ ਕੀਤੀ ਹੈ। ਜਨਮ ਕਥਾ ਅਨਜਾਨ ਅਗਾਰੀ। ਇਹ ਸਤਿਗੁਰੂ ਜੀ, ਮੈਂ ਜਨਮ ਦੀ ਕਥਾ ਤੋਂ, ਜੋ ਜਨਮ ਦੀ ਕਥਾ ਹੈ ਨਾ, ਉਹ ਪਹਿਲਾਂ ਦੀ ਕਥਾ, ਉਸ ਕਥਾ ਤੋਂ ਅਣਜਾਣ ਹਾਂ। ਬਹੁਰ ਬਹੁਤ ਮਨ ਤੇ ਵਿਦ ਸੁਣੀ। ਇਹ ਸਤਿਗੁਰੂ ਜੀ, ਮੈਂ ਬਹੁਤੇ ਆਦਮੀਆਂ ਤੋਂ ਇਸ ਤਰੀਕੇ ਦੇ ਨਾਲ ਸੁਣੀ ਹੈ, ਕਿਉਂਕਿ ਮੈਂ ਭਾਵੇਂ 3 ਸਾਲ ਸਤਿਗੁਰੂ ਜੀ ਤੋਂ ਸਰੀਰ ਕਾਰਬਲਾ ਵਿੱਚ ਉਮਰ ਵਿੱਚ ਵੱਡਾ ਹਾਂ, ਪਰ ਮਹਾਰਾਜ ਜਦੋਂ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਮੇਰੀ ਉਮਰ 3 ਸਾਲ ਦੀ ਸੀ, ਤੇ ਉਦੋਂ ਬਹੁਤੀ ਸਮਝ ਤਾਂ ਹੁੰਦੀ ਨਹੀਂ 3 ਸਾਲਾਂ ਦੀ ਉਮਰ ਦੇ ਵਿੱਚ। ਇਸ ਕਰਕੇ ਜਦੋਂ ਮੈਂ ਕੁਝ ਸਰੀਰ ਕਰਕੇ ਸਰੀਰ ਕਾਰਬਲਾ ਵਿੱਚ ਵੱਡਾ ਹੋਇਆ, ਆਪਣੇ ਨਗਰ ਤੋਂ, ਜਿਵੇਂ ਬਜ਼ੁਰਗਾਂ ਤੋਂ, ਜਿਵੇਂ ਪਰਿਵਾਰ ਤੋਂ ਮਹਾਰਾਜ ਜੀ ਦੇ ਪ੍ਰਕਾਸ਼ ਧਾਰਨ ਦੀ ਕਥਾ ਸੁਣੀ ਹੈ। ਮਹਾਰਾਜ, ਉਹ ਮੈਂ ਆਪ ਜੀ ਦੇ ਨਾਲ ਬੇਨਤੀ ਸਾਂਝੀ ਕਰਦਾ ਹਾਂ। ਸੋ ਤੁਮ ਪਾਸ ਪ੍ਰਕਾਸ਼ਤ ਗੁਣੀ। ਜਿਵੇਂ ਮੈਂ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਧਾਰਨ ਦੇ ਸੰਬੰਧ ਵਿੱਚ ਕਥਾ ਸੁਣੀ ਹੈ ਨਗਰ ਦੇ ਵਿੱਚੋਂ, ਤੇ ਮਹਾਰਾਜ ਸਤਿਗੁਰੂ ਜੀ ਆਪ ਜੀ ਦੇ ਪਾਸ ਮੈਂ ਉਹ ਬੇਨਤੀ ਕਰਦਾ ਹਾਂ। ਗੁਰਜ ਮਾਸ ਕੇ ਪੂਰਨਮਾਸੀ। ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਜਦੋਂ ਪ੍ਰਕਾਸ਼ ਧਾਰਿਆ ਤਾਂ ਉਸ ਵੇਲੇ ਕੱਤਕ ਮਹੀਨੇ ਦੀ ਪੁੰਨਿਆਂ ਦਾ ਦਿਨ ਸੀ। ਉਰਜ ਕਹਿੰਦੇ ਕੱਤਕ ਨੂੰ, ਮਾਸ ਕਹਿੰਦੇ ਮਹੀਨੇ ਨੂੰ, ਪੂਰਨਮਾਸ਼ੀ ਕੱਤਕ ਮਹੀਨੇ ਦੀ ਪੂਰਨਮਾਸ਼ੀ ਸੀ। ਬੇਸੰਤ ਸੰਵਤ 7684। ਬਿੰਸਤ ਸਪਤ 27ਵਾਂ ਨਛੱਤਰ ਸੀ ਉਸ ਵੇਲੇ ਸ੍ਰੇਸ਼ਟ ਰਾਸੀ ਦਾ। ਔਰ ਸੁਣੀ ਸੋ ਕਰੋ ਉਚਾਰੀ। ਇਸੇ ਤਰ੍ਹਾਂ ਹੋਰ ਵੀ ਜੋ ਮੈਂ ਬਚਪਨ ਦੇ ਵਿੱਚ ਆਪਣੇ ਨਗਰ ਦੇ ਵਿੱਚੋਂ ਗਾਥਾ ਸੁਣੀ ਹੈ, ਆਪ ਜੀ ਅੱਗੇ ਬੇਨਤੀ ਕਰਦਾ ਹਾਂ ਪਤਰੀ ਜਨਮ ਲਿਖੀ ਦ੍ਰਿਗ ਸਾਰੀ। ਕਿ ਨਗਰ ਦੇ ਪੰਡਤ ਹਰਦਿਆਲ ਨੇ, ਰਾਏ ਭੋਏ ਦੀ ਤਲਵੰਡੀ ਦਾ ਹੀ ਪੰਡਤ ਹਰਦਿਆਲ ਸੀ, ਉਸਨੇ ਸਤਿਗੁਰੂ ਜੀ ਮਹਾਰਾਜ ਸਾਹਿਬ ਜੀ ਦੀ ਜਨਮ ਪੱਤਰੀ ਲਿਖੀ ਹੈ। ਜੋ ਜਨਮ ਦੀ ਤਰੀਕ ਲਿਖੀ, ਅੱਜ ਕੱਲ੍ਹ ਜਨਮ ਸਰਟੀਫਿਕੇਟ ਬਣਦੇ ਆ ਸਾਧ ਸੰਗਤ ਜੀ, ਉਹਨਾਂ ਦਿਨਾਂ ਦੇ ਵਿੱਚ ਜਨਮ ਪੱਤਰੀ ਬਣਦੀ ਹੁੰਦੀ ਸੀ। ਉਹਨੂੰ ਜਨਮ ਸਰਟੀਫਿਕੇਟ ਹੀ ਕਹਿ ਲਈਏ ਵੀ ਅੱਜ ਕੱਲ੍ਹ ਤੇ ਹਸਪਤਾਲ ਦੇ ਵਿੱਚ ਜ਼ਿਆਦਾਤਰ ਜਨਮ ਹੁੰਦਾ ਹੀ ਹਸਪਤਾਲ ਦੇ ਵਿੱਚ ਆ। ਪਿੰਡਾਂ ਦੇ ਵਿੱਚ ਆ ਵੀ ਦਾਈਆਂ ਬੱਚੇ ਪਿੰਡਾਂ ਦੇ ਵਿੱਚ, ਪਰ ਹੁਣ ਤਾਂ ਸਾਰੇ ਹਸਪਤਾਲ ਵਿੱਚ ਹੀ ਜਨਮ ਹੁੰਦੇ ਬੱਚਿਆਂ ਦੇ। ਕੁਝ ਪਹਿਲਾਂ ਸਮਾਂ ਪਿੰਡਾਂ ਦੇ ਵਿੱਚ ਹੀ ਜਨਮ ਹੋ ਜਾਂਦੇ ਸੀ, ਦਾਈਆਂ ਸੇਵਾ ਨਿਭਾਉਂਦੀਆਂ ਸੀ। ਇਸ ਕਰਕੇ ਤੇ ਉਹ ਫਿਰ ਆਮ ਪਿੰਡਾਂ ਦੇ ਵਿੱਚ ਚੌਕੀਦਾਰ ਲਿਖ ਦਿੰਦਾ ਸੀ ਉਹ ਜਨਮ ਤਰੀਕ। ਪਿੰਡਾਂ ਦੇ ਵਿੱਚ ਪਿੰਡਾਂ ਦੇ ਚੌਕੀਦਾਰ ਹੀ ਲਿਖ ਦਿੰਦੇ ਸੀ ਕੁਝ ਸਾਲ ਪਹਿਲਾਂ, ਤੇ ਹੁਣ ਤਾਂ ਹਸਪਤਾਲਾਂ ਦੇ ਵਿੱਚ ਹੀ ਜਨਮ ਸਰਟੀਫਿਕੇਟ ਬਣਦੇ ਆ। ਤਾਂ ਉਸ ਮੌਕੇ ਦਾ ਜਿਵੇਂ ਦਾ ਸਮਾਂ ਹੋਵੇ ਉਸੇ ਤਰ੍ਹਾਂ ਦਾ ਹੀ ਚੱਲਦਾ ਸਾਧ ਸੰਗਤ ਜੀ। ਉਦੋਂ ਜਨਮ ਪੱਤਰੀ ਬਣਾਈ ਜਾਂਦੀ ਸੀ, ਉਹ ਜੋਤਿਸ਼ ਦੇ ਲਿਹਾਜ਼ ਦੇ ਨਾਲ ਦਿਨ ਵਾਰ ਵੇਖ ਕੇ, ਥਿੱਤ ਵੇਖ ਕੇ, ਕਿਹੜੀ ਥਿੱਤ ਹੈ, ਕਿਹੜਾ ਵਾਰ ਹੈ, ਉਹ ਫਿਰ ਉਸ ਤਰੀਕੇ ਦੇ ਨਾਲ ਉਹ ਸਾਰੇ ਪੰਡਤ ਜੀ ਲਿਖ ਦਿੰਦੇ ਸਨ।
ਤੇ ਪੰਡਤ ਹਰਦਿਆਲ ਨੇ ਉਹ ਲਿਖੀ, ਬਹੁਤ ਸਿਆਣਾ ਵਿਦਵਾਨ ਸੀ, ਉਹਨੇ ਮਹਾਰਾਜ ਦਾ ਦਰਸ਼ਨ ਆ ਕੇ ਕੀਤਾ। ਜਦੋਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਨਾ, ਧੰਨ ਮਾਤਾ ਤ੍ਰਿਪਤਾ ਜੀ ਨੇ ਤਾਂ ਦਰਸ਼ਨ ਕੀਤੇ ਹੀ, ਦੌਲਤਾਂ ਦਾਈ ਨੇ ਦਰਸ਼ਨ ਕੀਤੇ, ਪਰ ਦੌਲਤਾਂ ਦਾਈ ਤੋਂ ਬਾਅਦ ਜਿੱਥੇ ਮਾਤਾ ਪਿਤਾ ਨੇ ਪਹਿਲਾਂ ਦਰਸ਼ਨ ਕੀਤੇ, ਮਾਤਾ ਨੇ ਪਹਿਲਾਂ, ਫਿਰ ਦੌਲਤਾਂ ਦਾਈ ਨੇ, ਫਿਰ ਪਿਤਾ ਮਹਿਤਾ ਕਲਿਆਣ ਚੰਦ ਜੀ ਨੇ ਦਰਸ਼ਨ ਕੀਤੇ ਆ, ਤੇ ਫਿਰ ਉਸ ਦਿਨ ਸਭ ਤੋਂ ਪਹਿਲਾਂ ਦਰਸ਼ਨ ਕਰਨ ਵਾਲਾ ਪੰਡਤ ਹਰਦਿਆਲ ਆ, ਜਿਹਨੇ ਜਨਮ ਪੱਤਰੀ ਲਿਖੀ ਸੀ। ਉਹਨੇ ਆਖਿਆ ਸੀ ਦੌਲਤਾਂ ਦਾਈ ਨੂੰ ਵੀ ਮੈਨੂੰ ਪਹਿਲਾਂ ਬਾਲਕ ਦੇ ਦਰਸ਼ਨ ਕਰਾਓ, ਉਹ ਅੱਗੇ ਜਾ ਕੇ ਸਾਰੀ ਕਥਾ ਆ ਜਾਣੀ ਹੈ। ਤਾਂ ਫਿਰ ਉਹਨੇ ਜਦੋਂ ਦਰਸ਼ਨ ਕੀਤੇ ਸੀ, ਉਹਨੇ ਹੱਥ ਜੋੜ ਕੇ, ਬਜ਼ੁਰਗ ਸੀ ਪੰਡਤ ਹਰਦਿਆਲ, ਹੱਥ ਜੋੜ ਕੇ ਮੱਥਾ ਟੇਕਿਆ ਸੀ ਮਹਾਰਾਜ, ਕਿਉਂਕਿ ਗੁਰੂ ਸਾਹਿਬ ਜੀ ਦੇ ਇੱਕ ਹੱਥ ਦੇ ਵਿੱਚ ਛਤਰ ਛਪਿਆ ਹੋਇਆ, ਇੱਕ ਹੱਥ ਦੇ ਵਿੱਚ ਚੌਰ ਛਪਿਆ ਹੋਇਆ, ਚਰਨਾਂ ਦੇ ਵਿੱਚ ਪਦਮ ਬਣਿਆ ਹੋਇਆ। ਤਾਂ ਉਸਨੇ ਨਮਸਕਾਰ ਕੀਤੀ। ਤਾਂ ਇਸ ਤਰ੍ਹਾਂ ਉਹ ਜ਼ਿਕਰ ਆਇਆ ਇੱਥੇ। ਭਾਈ ਬਾਲਾ ਜੀ ਕਹਿੰਦੇ, ਜਿਵੇਂ ਮੈਂ ਸੁਣਿਆ ਹੈ, ਨਗਰ ਦੇ ਵਿੱਚੋਂ ਪਤਾ ਲੱਗਾ ਹੈ ਸਤਿਗੁਰੂ ਜੀ ਕਿ ਪੰਡਤ ਨੇ ਜਨਮ ਪੱਤਰੀ ਵੀ ਲਿਖੀ ਹੈ ਮਹਾਰਾਜ ਸਾਹਿਬ ਜੀ ਦੀ। ਤੇ ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਗਰੀਬ ਨਵਾਜ ਜੀ ਦੇ ਪਿਤਾ ਜੀ ਮਹਿਤਾ ਕਲਿਆਣ ਚੰਦ ਜੀ, ਜਿਨ੍ਹਾਂ ਦਾ ਛੋਟਾ ਨਾਮ ਹੈ ਬਾਬਾ ਕਾਲੂ ਜੀ। ਬਾਬਾ ਕਾਲੂ ਜੀ ਸਤਿਗੁਰੂ ਜੀ ਦੇ ਪਿਤਾ ਜਾਣੀਏ। ਤੇ ਉਹ ਜਨਮ ਪੱਤਰੀ ਸਤਿਗੁਰੂ ਜੀ ਦੇ ਸਤਿਕਾਰਯੋਗ ਪਿਤਾ ਮਹਿਤਾ ਕਲਿਆਣ ਚੰਦ ਜੀ ਦੇ ਘਰ ਦੇ ਵਿੱਚ ਉਹ ਰੱਖੀ ਹੋਈ ਹੈ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਿਤਾ ਜੀ ਦੇ ਪਾਸ, ਉਹਨਾਂ ਦੇ ਘਰ ਦੇ ਵਿੱਚ ਉਹ ਜਨਮ ਪੱਤਰੀ ਧਰੀ ਹੋਈ ਹੈ। ਪਰ ਸਤਿਗੁਰੂ ਜੀ ਦੇ ਪਿਤਾ ਜੀ ਮਹਿਤਾ ਕਲਿਆਣ ਚੰਦ ਜੀ, ਬਹੁਤ ਸਮਾਂ ਹੋ ਗਿਆ, ਉਹਨਾਂ ਦੇ ਤਾਂ ਅਕਾਲ ਚਲਾਣਾ ਹੋ ਗਿਆ, ਉਹ ਤਾਂ ਪ੍ਰਲੋਕ ਗਮਨ ਕਰ ਚੁੱਕੇ ਹਨ। ਤੇ ਬਾਬਾ ਕਲਿਆਣ ਚੰਦ ਜੀ ਦੇ ਛੋਟੇ ਭਰਾਤਾ, ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸਤਿਕਾਰਯੋਗ ਚਾਚਾ ਜੀ ਹਨ, ਚਾਚਾ ਲਾਲੂ ਜੀ, ਉਹ ਜੀਵਤ ਹਨ। ਬ੍ਰਿਧ ਬੈਸ ਮਹਾਰਾਜ ਦੇ ਸਤਿਕਾਰਯੋਗ ਚਾਚਾ ਜੀ, ਚਾਚਾ ਲਾਲੂ ਜੀ, ਉਹਨਾਂ ਦੀ ਉਮਰ ਵੀ ਸਤਿਗੁਰੂ ਜੀ ਬਿਰਧ ਹੈ, ਬਜ਼ੁਰਗ ਉਮਰ ਹੈ। ਉਹਨਾਂ ਦਾ ਸਰੀਰ ਵੀ ਹੁਣ ਬਲ ਤੋਂ ਬਿਨਾਂ ਹੈ, ਕਮਜ਼ੋਰ ਹੈ, ਸਰੀਰ ਕਮਜ਼ੋਰ ਹੈ, ਬਿਰਧ ਅਵਸਥਾ ਹੈ। ਬੀਤੇ ਬਰਖ ਵਿਸਾਲ, ਬਹੁਤੇ ਸਾਲ ਬੀਤ ਚੁੱਕੇ ਹਨ। ਤੇ ਤਲਵੰਡੀ ਦੇ ਵਿੱਚ ਉਹਨਾਂ ਦਾ ਘਰ ਹੈ, ਮਹਾਰਾਜ ਸਾਹਿਬ ਜੀ ਦੇ ਸਤਿਕਾਰਯੋਗ ਚਾਚਾ ਜੀ ਦਾ। ਹੇ ਦਿਆਲੂ ਸਤਿਗੁਰੂ ਜੀ, ਆਪ ਜੀ ਸਰਵਣ ਕਰੋ। ਜਦੋਂ ਭਾਈ ਬਾਲਾ ਜੀ ਨੇ ਇਹ ਬੇਨਤੀ ਕੀਤੀ ਨਾ, ਤੇ ਇਹ ਭਾਈ ਬਾਲਾ ਜੀ ਦੇ ਬੋਲ ਸੁਣ ਕਰਕੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਹਿਰਦਾ ਬਹੁਤ ਪ੍ਰਸੰਨ ਹੋਇਆ। ਬਹੁਤੇ ਪਰਮ ਪ੍ਰੇਮ ਦੇ ਵਿੱਚ ਭਰ ਗਏ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ। ਜਾਣੋ ਕਿ ਕਹਿੰਦੇ ਜਿਵੇਂ ਬੱਦਲ ਨੇ ਵਰਖਾ ਹੀ ਕਰ ਦਿੱਤੀ ਹੈ ਪ੍ਰੇਮ ਦੀ। ਕਿਰਪਾਲਾ, ਕਿਰਪਾ ਦੇ ਘਰ, ਕਿਰਪਾਲੂ ਦਿਆਲੂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਫਿਰ ਰਸ ਵਾਲੀ ਬਾਣੀ ਬੋਲੇ, ਰਸ ਵਾਲੇ ਬੋਲ ਸਤਿਗੁਰੂ ਜੀ ਬੋਲੇ। ਭਾਈ ਬਾਲਾ ਜੀ ਕਿਤ ਬਿਦ ਲੀਜੈ ਪੱਤਰੀ ਬਾਲਾ। ਇਹ ਜਨਮ ਪੱਤਰੀ ਭਾਈ ਬਾਲਾ ਜੀ ਆਪਾਂ ਕਿਵੇਂ ਪ੍ਰਾਪਤ ਕਰੀਏ? ਭਾਵ ਵੀ ਉਹਦੇ ਤੋਂ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਧਾਰਨ ਦੀ ਤਰੀਕ ਦਾ ਪਤਾ ਲੱਗੇਗਾ ਵੀ ਕਿਹੜੀ ਤਰੀਕ ਹੈ, ਕਿਹੜਾ ਸਮਾਂ ਸੀ, ਕਿਹੜਾ ਦਿਨ ਸੀ। ਭਾਈ ਬਾਲਾ ਜੀ ਉਹ ਜਨਮ ਪੱਤਰੀ ਕਿਹੜੇ ਤਰੀਕੇ ਦੇ ਨਾਲ ਪ੍ਰਾਪਤ ਕਰੀਏ? ਐਸਾ ਕਿਹੜਾ ਮਿੱਤਰ ਸਿੱਖ ਹੋਵੇ ਜੋ ਇਸ ਜਨਮ ਪੱਤਰੀ ਦੇ ਲਿਆ ਕਰਕੇ ਦਰਸ਼ਨ ਕਰਾ ਦਵੇ। ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਜੀ ਜੇ ਜਨਮ ਪੱਤਰੀ ਦੀ ਖੋਜ ਕਰੀਏ, ਭਾਲ ਕਰੀਏ, ਤਾਂ ਫਿਰ ਨਿਸ਼ਚੈ ਵਾਚਕ ਉਹ ਪੱਤਰੀ ਹੱਥਾਂ ਵਿੱਚ ਆ ਜਾਵੇਗੀ, ਪ੍ਰਾਪਤ ਹੋ ਜਾਵੇਗੀ ਲੱਭਦਿਆਂ ਹੋਇਆਂ। ਮਹਾਰਾਜ ਜੀ ਦੇ ਸਤਿਕਾਰਯੋਗ ਚਾਚਾ ਲਾਲੂ ਜੀ ਦੇ ਘਰ ਵਿੱਚ
ਉਹਨਾਂ ਦੇ ਨਾਲ ਮਿਲ ਕਰਕੇ, ਉਹਨਾਂ ਨੂੰ ਪੁੱਛ ਕਰਕੇ ਉਹਨਾਂ ਦੇ ਘਰ ਵਿੱਚ ਖੋਜ ਕੀਤੀ ਜਾਵੇ। ਜਦੋਂ ਸਤਿਕਾਰਯੋਗ ਚਾਚਾ ਲਾਲੂ ਜੀ ਦੇ ਪਾਸੋਂ ਖੋਜ ਭਾਲ ਕਰਵਾਵਾਂਗੇ ਤਾਂ ਇਹ ਜਨਮ ਪੱਤਰੀ ਹੱਥੀਂ ਆ ਜਾਵੇਗੀ, ਹੱਥ ਲੱਗ ਜਾਵੇਗੀ। ਇਹ ਸਤਿਗੁਰੂ ਜੀ ਕਿਸੇ ਸਿੱਖ ਨੂੰ ਆਪ ਜੀ ਭੇਜਣਾ ਕਰੋ। ਫਿਰ ਆਪ ਜੀ ਜਨਮ ਪੱਤਰੀ ਵੇਖ ਲਿਓ, ਆਪ ਜੀ ਦਾ ਇਹ ਮਨੋਰਥ ਇਹ ਪੁਰਨਾ ਪੂਰਾ ਹੋ ਜਾਵੇਗਾ। ਭਾਈ ਬਾਲਾ ਜੀ ਦੀ ਬੇਨਤੀ ਸੁਣ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਬਚਨ ਕੀਤਾ ਕਿ ਭਾਈ ਬਾਲਾ ਜੀ ਇਹ ਕੰਮ ਤੇ ਤੇਰੇ ਪਾਸੋਂ ਹੀ ਹੋਣਾ ਹੈ। ਇਹ ਸੇਵਾ ਦਾ ਕਾਰਜ, ਜਨਮ ਪੱਤਰੀ ਲਿਆਉਣ ਦਾ ਕਾਰਜ ਭਾਈ ਬਾਲਾ ਜੀ ਤੁਸੀਂ ਹੀ ਕਰ ਸਕਦੇ ਹੋ। ਤਾਹੇ ਨਗਰ ਮਹਿ ਰਹਿਤ ਹੋ, ਤੁਸੀਂ ਉਸੇ ਨਗਰ ਦੇ ਵਿੱਚ ਰਹਿੰਦੇ ਹੋ, ਰਾਏ ਭੋਏ ਦੀ ਤਲਵੰਡੀ ਦੇ ਵਿੱਚ। ਇਸ ਕਰਕੇ ਤੁਸੀਂ ਜਾਓ ਤੇ ਸਤਿਕਾਰਯੋਗ ਚਾਚਾ ਲਾਲੂ ਜੀ ਦੇ ਪਾਸ ਮਿਲ ਕਰਕੇ ਉਹਨਾਂ ਨੂੰ ਬੇਨਤੀ ਕਰਕੇ ਉਹਨਾਂ ਦੇ ਘਰ ਵਿੱਚੋਂ ਖੋਜ ਕਰਾਓ ਜਨਮ ਪੱਤਰੀ ਦੀ। ਭਾਈ ਬਾਲਾ ਜੀ ਕਹਿੰਦੇ ਚੰਦਰਮਾ ਵਰਗਾ ਮੁਖ ਹੈ ਭਾਈ ਬਾਲਾ ਜੀ ਦਾ, ਤੇ ਅੰਮ੍ਰਿਤ ਵਰਗੀ ਬਾਣੀ ਮੁਖ ਤੋਂ ਕਹਿੰਦੇ। ਕਹੇ ਬਾਲਾ ਮੁਖ ਸਸਹਿ ਸੁਧਾ ਸੀ, ਸਸਹਿ ਨਾਮ ਹੈ ਚੰਦਰਮਾ ਦਾ, ਚੰਦਰਮਾ ਵਰਗੇ ਮੁਖ ਤੋਂ ਸੁਧਾ ਸੀ, ਅੰਮ੍ਰਿਤ ਵਰਗੀ ਬਾਣੀ, ਭਾਵ ਬੜੇ ਮਿੱਠੇ ਪਿਆਰੇ ਬੋਲ ਬੋਲਦੇ ਭਾਈ ਬਾਲਾ ਜੀ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਆਪ ਜੀ ਸੁੱਖਾਂ ਦੀ ਪੂੰਜੀ ਹੋ, ਆਪ ਜੀ ਸੁੱਖਾਂ ਦੀ ਰਾਸ ਹੋ, ਸੁੱਖਾਂ ਦੀ ਖਾਣ ਹੋ। ਮੇਰੀ ਬੇਨਤੀ ਸੁਣੋ ਮਹਾਰਾਜ, ਇੱਕ ਸਿੱਖ ਹੋਰ ਮੇਰੇ ਨਾਲ ਮੇਰਾ ਸਾਥੀ ਬਣਾ ਕੇ ਭੇਜੋ। ਮੈਂ ਜਨਮ ਪੱਤਰੀ ਲੈਣ ਜਾਂਦਾ ਹਾਂ, ਪਰ ਇੱਕ ਨਾਲ ਸਾਥੀ ਦੇ ਦਿਓ, ਇੱਕ ਸਿੱਖ। ਇਹ ਗਰੀਬਾਂ ਦੇ ਮਾਲਕ ਸਤਿਗੁਰੂ ਜੀ, ਫਿਰ ਅਸੀਂ ਦੋਵੇਂ ਜਾਣੇ ਰਲ ਕਰਕੇ ਛੇਤੀ ਜਾਵਾਂਗੇ ਰਾਏ ਭੋਏ ਦੀ ਤਲਵੰਡੀ। ਅਸੀਂ ਸਤਿਗੁਰੂ ਜੀ ਦੇ ਸਤਿਕਾਰਯੋਗ ਚਾਚਾ ਲਾਲੂ ਜੀ ਦੇ ਪਾਸ ਪਹੁੰਚ ਕੇ ਉਹਨਾਂ ਦੇ ਘਰ ਦੇ ਵਿੱਚ ਮਿਲ ਕਰਕੇ ਉਹਨਾਂ ਦੇ ਨਾਲ ਫਿਰ ਜਨਮ ਪੱਤਰੀ ਖੋਜ ਭਾਲ ਕਰਾ ਲਵਾਂਗੇ। ਜੇ ਸਾਨੂੰ ਉੱਥੋਂ ਜਨਮ ਪੱਤਰੀ ਪ੍ਰਾਪਤ ਹੋ ਗਈ ਲੱਭਦਿਆਂ ਘਰ ਦੇ ਵਿੱਚੋਂ, ਫਿਰ ਅਸੀਂ ਲੈ ਕੇ ਆਵਾਂਗੇ ਆਪ ਜੀ ਦੇ ਪਾਸ। ਭਾਈ ਬਾਲਾ ਜੀ ਦੀ ਇਹ ਬੇਨਤੀ ਸੁਣ ਕੇ ਭਾਈ ਬਾਲਾ ਜੀ ਦੇ ਉੱਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਬਹੁਤ ਖੁਸ਼ ਹੋਏ। ਮਹਾਰਾਜ ਸਾਹਿਬ ਜੀ ਦਾ ਹਿਰਦਾ ਪ੍ਰਸੰਨ ਹੋ ਗਿਆ ਭਾਈ ਬਾਲਾ ਜੀ ਤੇ। ਔਰ ਕਬ ਕਹਿੰਦੇ ਭਾਈ ਬਾਲਾ ਤੇਰੇ ਚਿੱਤ ਵਿੱਚੋਂ ਕਦੀ ਵੀ ਕਰਤਾਰ ਨਾ ਭੁੱਲੇ। ਅਸੀਸ ਦਿੱਤੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਚਿੱਤ ਕਰਤਾਰ ਨਾ ਬਿਸਰੈ, ਕਦੇ ਵੀ ਚਿੱਤ ਦੇ ਵਿੱਚੋਂ ਕਰਤਾਰ ਨਾ ਹਿਰਦੇ ਵਿੱਚੋਂ ਭੁੱਲੇ ਭਾਈ ਬਾਲਾ ਤੈਨੂੰ। ਫਿਰ ਇੱਕ ਹੋਰ ਸਿੱਖ ਨੂੰ ਮਹਾਰਾਜ ਨੇ ਆਪਣੇ ਪਾਸ ਬੁਲਾਇਆ ਹੈ, ਸੱਦਾ ਭੇਜ ਕੇ ਸਦਾਇਆ ਆਪਣੇ ਕੋਲੇ। ਉਹ ਸਿੱਖ ਦਾ ਨਾਮ ਹੈ ਲਾਲਾ ਪੰਨੂ। ਲਾਲਾ ਨਾਮ ਹੈ, ਪੰਨੂ ਗੋਤ ਹੈ ਸਿੱਖ ਦੀ। ਇਸ ਕਰਕੇ ਜਿਵੇਂ ਭਾਈ ਬਾਲਾ, ਬਾਲਾ ਜੀ ਦੇ ਨਾਲ ਸੰਧੂ ਲੱਗਦਾ ਹੈ, ਉਹਨਾਂ ਦੀ ਗੋਤ ਸੰਧੂ ਹੈ, ਬਾਲਾ ਸੰਧੂ ਵਾਰ-ਵਾਰ ਜ਼ਿਕਰ ਆਉਂਦਾ। ਇਸੇ ਤਰ੍ਹਾਂ ਭਾਈ ਲਾਲਾ ਪੰਨੂ, ਇਹ ਲਾਲਾ ਨਾਮ ਹੈ ਸਿੱਖ ਦਾ, ਪੰਨੂ ਗੋਤ ਹੈ। ਤਾਂ ਲਾਲਾ ਪੰਨੂ ਨਾਮ ਦਾ ਜੋ ਸਿੱਖ ਹੈ ਉਸ ਨੂੰ ਆਪਣੇ ਪਾਸ ਬੁਲਾਇਆ ਹੈ। ਸੁਭਾਏਮਾਨ ਕੰਠ ਤੋਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਲਾਲਾ ਪੰਨੂ ਨੂੰ। ਕਹਿੰਦੇ ਸਿੱਖਾ ਤੇਰੇ ਵਿੱਚ ਗੁਰੂ ਕੀ ਸਿੱਖੀ ਬਹੁਤ ਹੈ, ਅਧਿਕ ਹੈ, ਤੂੰ ਬਹੁਤ ਗੁਰੂ ਕੀ ਸਿੱਖੀ ਧਾਰਨ ਕੀਤੀ ਹੋਈ ਹੈ। ਜਿਵੇਂ ਸਾਵਣ ਦੇ ਮਹੀਨੇ ਦੇ ਵਿੱਚ ਨਦੀਆਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਨਾ, ਸਿੱਖਾ ਤੇਰੇ ਵਿੱਚ ਗੁਰੂ ਕੀ ਸਿੱਖੀ ਇਸ ਤਰ੍ਹਾਂ ਭਰੀ ਹੋਈ ਹੈ, ਕਿਉਂਕਿ ਸਾਵਣ ਦੇ ਮਹੀਨੇ 'ਚ ਮੀਂਹ ਪੈਂਦੇ ਆ। ਇਸ ਕਰਕੇ ਸਾਧ ਸੰਗਤ ਜੀ ਨਦੀਆਂ ਨਾਲੇ ਜਿਹੜੇ ਉਛਲ ਕੇ ਵਗਣ ਲੱਗ ਪੈਂਦੇ ਆ।
ਮਾਰੇ ਕਹਿੰਦੇ ਇਸ ਤਰੀਕੇ ਨਾਲ ਸਿੱਖਾ ਤੇਰੇ ਅੰਦਰ ਸਿੱਖੀ ਦਾ ਬਹੁਤਾ ਵਾਸਾ ਹੈ। ਦੋਹਰਾ ਬਾਲੇ ਸੰਗ ਜੇ ਤਾਂ ਬਾਲੇ ਸੰਗ ਜਈਐ ਤਹਾਂ, ਭਾਈ ਬਾਲਾ ਜੀ ਦੇ ਨਾਲ ਤੁਸੀਂ ਉੱਥੇ ਜਾਓ ਜੈ ਜਨਮਿਓ ਮਮਨਾਥ। ਜਿਸ ਨਗਰੀ ਦੇ ਵਿੱਚ ਮੇਰੇ ਮਾਲਕ ਜੀ ਪ੍ਰਗਟ ਹੋਏ ਆ, ਜਿਸ ਨਗਰੀ ਵਿੱਚ ਮੇਰੇ ਮਾਲਕ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ ਹੈ। ਭਵ ਪਤਰੀ ਕੋ ਅਨ ਕੀਜੈ ਜਨਮ ਸਕਾਤ। ਭਵ ਪਤਰੀ ਕੋ ਆਨ ਕੈ ਕੀਜੈ ਜਨਮ ਸਕਾਥ, ਤੇ ਜਨਮ ਪੱਤਰੀ ਨੂੰ ਲਿਆ ਕਰਕੇ ਆਪਣਾ ਜਨਮ ਸਫਲਾ ਕਰ ਲੋ ਸਿੱਖੋ ਇਹ ਸੇਵਾ ਕਰਕੇ। ਸੋਨ ਸੁਤਰ ਬਚਨ ਸਮਾਗਮਯਨ ਕਾ। ਤੇ ਉਸ ਵੇਲੇ ਆਪਣੇ ਕੰਨਾਂ ਵਿੱਚ ਜਦੋਂ ਸਤਿਗੁਰੂ ਜੀ ਦੇ ਬਚਨ ਸੁਣੇ ਨਾ ਲਾਲਾ ਪੰਨੂ ਜੀ ਨੇ, ਸਿੱਖ ਨੂੰ ਚਾਅ ਚੜ ਗਿਆ ਸੇਵਾ ਕਰਨ ਦਾ, ਗੁਰੂ ਕੀ ਆਗਿਆ ਮੰਨ ਕੇ ਜਾਣ ਦਾ। ਸੁਣ ਸੁਰਤ ਬਚਨ ਸਮਾਤ ਨਾ ਅੰਗਾ, ਅੰਗਾਂ ਵਿੱਚ ਨਹੀਂ ਸਮਾਉਂਦਾ ਇਹ ਲਾਲਾ ਪੰਨੂ ਸਿੱਖ। ਭਇਓ ਤਿਆਰ ਕਰਨ ਤੂੰ ਸੰਕਾ। ਮਹਾਰਾਜ ਸਾਹਿਬ ਜੀ ਦੇ ਨਾਲ ਚੱਲਣ ਵਾਸਤੇ ਤਿਆਰ ਹੋਇਆ ਸਿੱਖ, ਧਨ ਭਾਗ ਆਪਣੇ ਕਰ ਜਾਣੇ। ਤੇ ਜਾਣਿਆ ਵੀ ਮੇਰੇ ਧੰਨ ਭਾਗ ਮੇਰੇ ਸਤਿਗੁਰੂ ਜੀ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ। ਮੈਂ ਗੁਰੂ ਕੀ ਆਗਿਆ ਦੇ ਨਾਲ ਸਤਿਗੁਰੂ ਜੀ ਦੇ ਜਨਮ ਪੱਤਰੀ ਲੈਣ ਵਾਸਤੇ ਜਾਵਾਂਗਾ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ, ਰਾਏ ਭੋਏ ਦੀ ਤਲਵੰਡੀ ਵਿੱਚ। ਧੰਨ ਭਾਗ ਆਪਣੇ ਜਾਣੇ। ਪਤਰੀ ਨਾਨਕ ਦਰਸ਼ਨ ਮਾਨੇ। ਤੇ ਸਿੱਖ ਨੇ ਜਾਣਿਆ ਗੁਰੂ ਸਾਹਿਬ ਜੀ ਦੀ ਜੋ ਜਨਮ ਪੱਤਰੀ ਹੈ, ਜਿਹਦੇ ਉੱਤੇ ਮਹਾਰਾਜ ਦੇ ਪ੍ਰਕਾਸ਼ ਧਾਰਨ ਦਾ ਦਿਨ ਲਿਖਿਆ ਹੋਵੇਗਾ, ਵਾਰ ਲਿਖਿਆ ਹੋਵੇਗਾ, ਸਮਾਂ ਲਿਖਿਆ ਹੋਵੇਗਾ, ਉਹਦੇ ਦਰਸ਼ਨ ਕਰਾਂਗੇ, ਜਾਣਾਂਗੇ ਗੁਰੂ ਸਾਹਿਬ ਦੇ ਹੀ ਦਰਸ਼ਨ ਹੋ ਗਏ। ਇੰਨੀ ਭਾਵਨਾ ਸਿੱਖ ਦੇ ਅੰਦਰ ਕਿ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਦੀ ਤਰੀਕ ਜਦੋਂ ਪੜਾਂਗੇ ਕਿ ਇਸ ਮੌਕੇ ਦੇ ਉੱਤੇ ਮਹਿਤਾ ਕਲਿਆਣ ਚੰਦ ਤੇ ਧੰਨ ਮਾਤਾ ਤ੍ਰਿਪਤਾ ਜੀ ਦੇ ਘਰ ਦੇ ਵਿੱਚ ਗੁਰੂ ਜੀ ਨੇ ਪ੍ਰਕਾਸ਼ ਧਾਰਿਆ, ਤੇ ਉਹ ਜਾਣਾਂਗੇ ਵੀ ਗੁਰੂ ਜੀ ਦੇ ਹੀ ਦਰਸ਼ਨ ਹੋ ਗਏ। ਬੰਦਨ ਕਰ ਸੋਨ ਸਤ ਕਰਤਾਰ। ਤੇ ਫਿਰ ਨਮਸਕਾਰ ਕੀਤੀ ਹੈ ਸਤਿਗੁਰੂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਭਾਈ ਬਾਲਾ ਜੀ ਨੇ ਤੇ ਲਾਲਾ ਪੰਨੂ ਜੀ ਨੇ, ਦੋਹਾਂ ਸਿੱਖਾਂ ਨੇ। ਤੇ ਸਤ ਕਰਤਾਰ ਸੁਣਿਆ ਹੈ, ਮਹਾਰਾਜ ਨੇ ਰਸਨਾ ਤੋਂ ਬੋਲਿਆ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸਤ ਕਰਤਾਰ, ਸਤ ਕਰਤਾਰ, ਕਿਉਂਕਿ ਇਹ ਬੋਲਾ ਜਗਤ ਗੁਰੂ ਜੀ ਦੀ ਰਸਨਾ ਤੇ ਰਹਿੰਦਾ ਸੀ ਹਰ ਵੇਲੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਿਹਾ ਕਰਦੇ ਸੀ ਸਤ ਕਰਤਾਰ, ਸਤ ਕਰਤਾਰ, ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਵੀ ਕਹਿੰਦੇ ਸਨ। ਇਸ ਕਰਕੇ ਇਹ ਸਤ ਕਰਤਾਰ ਦਾ ਆਵਾਜ਼ਾ ਸੁਣ ਕੇ ਜਗਤ ਭਏ ਰਾਜ ਧੂੜ ਧਾਰ। ਦੋਵੇਂ ਸਿੱਖ ਸ੍ਰੀ ਖਡੂਰ ਸਾਹਿਬ ਤੋਂ ਚੱਲ ਪਏ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਆਗਿਆ ਦੇ ਨਾਲ, ਤੇ ਹਿਰਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਵਸਾ ਲਿਆ। ਸਤਿਗੁਰਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਗੁਰੂ ਕੀ ਆਗਿਆ ਦੇ ਨਾਲ ਜਨਮ ਪੱਤਰੀ ਲੈਣ ਵਾਸਤੇ ਤੁਰ ਪਏ। ਮਗ ਮਹਿ ਮਹਿਮਾ ਅਮੀ ਪਟੰਤ। ਰਸਤੇ ਵਿੱਚ ਤੁਰੇ ਜਾ ਰਹੇ ਆ ਤੇ ਮਹਿਮਾ ਕਰਦੇ ਜਾ ਰਹੇ ਆ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਕਿਉਂਕਿ ਸਾਰੀ ਉਮਰ ਹੀ ਭਾਈ ਬਾਲਾ ਜੀ ਨੇ ਮਹਾਰਾਜ ਦੇ ਨਾਲ ਬਤੀਤ ਕੀਤੀ। ਤੇ ਰਸਤੇ ਦੇ ਵਿੱਚ ਅੰਮ੍ਰਿਤ ਦੇ ਵਰਗੀ ਜਿਹੜੀ ਮਹਿਮਾ ਹੈ ਸਤਿਗੁਰਾਂ ਦੀ, ਉਹ ਕਰਦੇ ਜਾਂਦੇ ਹਨ। ਕਹਿਤ ਸੁਣਤ ਜੁਗ ਚਲਤ ਨਿਰੰਤਰ। ਨਿਰੰਤਰ ਇੱਕ ਰਸ ਦੋਵੇਂ ਤੁਰੇ ਜਾ ਰਹੇ ਆ ਰਾਏ ਭੋਏ ਦੀ ਤਲਵੰਡੀ ਵੱਲ ਨੂੰ, ਤੇ ਕਹਿੰਦੇ ਸੁਣਦੇ ਜਾ ਰਹੇ। ਕਦੀ ਭਾਈ ਬਾਲਾ ਜੀ ਕਹਿਣ ਲੱਗ ਪੈਂਦੇ ਆ ਗੁਰੂ ਕੀ ਮਹਿਮਾ, ਗੁਰੂ ਕਾ ਜਸ, ਲਾਲਾ ਪੰਨੂ ਜੀ ਸੁਣਨ ਲੱਗ ਪੈਂਦੇ। ਕਦੀ ਲਾਲਾ ਪੰਨੂ ਜੀ ਗੁਰੂ ਕੀ ਮਹਿਮਾ ਕਰਨ ਲੱਗ ਪੈਂਦੇ ਤੇ ਭਾਈ ਬਾਲਾ ਜੀ ਸੁਣਨ ਲੱਗ ਪੈਂਦੇ। ਇਸ ਤਰ੍ਹਾਂ ਕਹਿੰਦਿਆਂ ਸੁਣਦਿਆਂ ਲਗਾਤਾਰ ਸਫ਼ਰ ਤੈਅ ਕਰ ਰਹੇ ਹਨ। ਪਹੁੰਚੇ ਜਬ ਤਲਵੰਡੀ ਜਾਏ। ਜਦੋਂ ਪਹੁੰਚ ਗਏ ਨਾ ਤਲਵੰਡੀ, ਰਾਏ ਭੋਏ ਦੀ ਤਲਵੰਡੀ ਨਗਰ ਦੇ ਵਿੱਚ, ਲਾਲੂ ਲਾਲ ਮਿਲੇ ਆਏ। ਤੇ ਮਿਲ ਕਰਕੇ ਗੁਰੂ ਜੀ ਦੇ ਸਤਿਕਾਰਯੋਗ ਚਾਚਾ ਲਾਲੂ ਜੀ ਦੇ ਘਰ ਵਿੱਚ ਆਏ। ਕਰ ਬੰਦਨ ਮਨ ਬਚਨ ਉਚਾਰਾ। ਚਾਚਾ ਲਾਲੂ ਜੀ ਨੂੰ ਬੰਦਨਾ ਕੀਤੀ ਹੈ ਭਾਈ ਬਾਲਾ ਜੀ ਨੇ ਤੇ ਲਾਲਾ ਪੰਨੂ ਜੀ ਨੇ, ਦੋਹਾਂ ਸਿੱਖਾਂ ਨੇ। ਨਮਸਕਾਰ ਕਰਕੇ ਫਿਰ ਬੇਨਤੀ ਕੀਤੀ ਹੈ। ਸੁਣ ਲਾਲੂ ਇੱਕ ਪਰਉਪਕਾਰ। ਆਖਿਆ ਸਤਿਕਾਰਯੋਗ ਚਾਚਾ ਲਾਲੂ ਜੀ, ਸਾਡੀ ਬੇਨਤੀ ਸੁਣੋ, ਇੱਕ ਪਰਉਪਕਾਰ ਦਾ ਕਾਰਜ ਹੈ। ਦੋਹਰਾ ਸੋਧਿਓ ਹਮ ਜੋ ਗੁਰ ਭਇਓ ਅਰੁਗਦ ਪਰਮ ਨਿਦਾਨ। ਅੰਗਦ ਪਰਮ ਨਿਧਾਨ। ਭਾਈ ਬਾਲਾ ਜੀ ਕਹਿਣ ਲੱਗੇ ਅਸੀਂ ਸੋਧਿਆ ਹੈ, ਅਸੀਂ ਵਿਚਾਰਿਆ, ਭਾਵ ਅਸੀਂ ਦਰਸ਼ਨ ਕੀਤੇ ਹਨ ਜੋ ਹੁਣ ਸਤਿਗੁਰੂ ਹੋਏ ਆ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਤੇ ਜੋ ਸੋਭਣੀਕ ਸਤਿਗੁਰੂ ਹੋਏ ਆ,
ਉਹਨਾਂ ਦਾ ਨਾਮ ਹੈ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਜੋ ਪਰਮ ਨਿਧਾਨ ਵੱਡੇ ਖਜ਼ਾਨਾ ਸਰੂਪ ਹਨ। ਸ੍ਰੀ ਨਾਨਕ ਪੁਨ ਤਿਨ ਬਿਕੇ ਵੇਦ ਨ ਕੋ ਜਾਣਾ। ਸ੍ਰੀ ਨਾਨਕ ਪੁਨ ਤਿਨ ਵੇਖੈ, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਵਿੱਚ ਭੇਦ ਨਾ ਕੋ ਜਾਣ, ਕੋਈ ਭੇਦ ਨਾ ਜਾਣੋ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਰੂਪ ਹੀ ਹਨ ਦੂਸਰੇ ਪਾਤਸ਼ਾਹ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਜੋ ਪਏ ਦੀਨੀ ਅੰਗਦ ਗੁਰ ਗੁਰ ਆਏ। ਚਾਚਾ ਜੀ ਲਾਲੂ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਖਤ ਦਿੱਤਾ ਹੈ। ਦਿਨ ਪਤਰੇ ਤੁਮ ਸੋ ਭਗਵਾਏ। ਉਸ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜਨਮ ਪੱਤਰੀ ਆਪ ਜੀ ਦੇ ਪਾਸੋਂ ਮੰਗਵਾਈ ਹੈ, ਅਸੀਂ ਲੈਣ ਵਾਸਤੇ ਆਏ ਹਾਂ। ਲਾਲ ਸਰੋਰਨ ਪ੍ਰਾਸ ਬੇਸਾਲਾ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਬਹੁਤ ਲਾਲਸਾ ਹੈ ਜਨਮ ਪੱਤਰੀ ਵੇਖਣ ਦੀ, ਕਿ ਜਨਮ ਪੱਤਰੀ ਮੰਗਵਾਈ ਜਾਵੇ, ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਧਾਰਨ ਦੇ ਸਮੇਂ ਬਾਰੇ ਉਹਦੇ ਤੋਂ ਪੜ੍ਹਿਆ ਜਾਵੇ। ਸੁਨ ਕਾ ਸਿੱਖ ਪਠਿਓ ਤਤਕਾਲਾ। ਇਹ ਸੁਣ ਕਰਕੇ ਆ ਸਿੱਖ ਨੂੰ ਨਾਲ ਭੇਜਿਆ ਹੈ ਮੇਰੇ, ਛੇਤੀ ਦੇ ਨਾਲ ਅਸੀਂ ਆਏ ਹਾਂ। ਲਾਲੂ ਕਹੇ ਨਾ ਮੁਝ ਸੁਧ ਕੋ। ਤੇ ਮਹਾਰਾਜ ਸਾਹਿਬ ਜਗਤ ਗੁਰੂ ਜੀ ਦੇ ਸਤਿਕਾਰਯੋਗ ਚਾਚਾ ਜੀ, ਚਾਚਾ ਲਾਲੂ ਜੀ ਕਹਿੰਦੇ ਆ ਕਿ ਭਾਈ ਬਾਲਾ ਜੀ, ਮੈਨੂੰ ਤੇ ਜਨਮ ਪੱਤਰੀ ਬਾਰੇ ਕੋਈ ਪਤਾ ਨਹੀਂ ਹੈ, ਮੈਨੂੰ ਤਾਂ ਕੋਈ ਬਹੁਤੀ ਖਬਰਸਾਰ ਨਹੀਂ ਹੈ। ਭਵ ਪਤਰੇ ਤੁਮ ਜਾਚਤ ਜੋ। ਭਾਈ ਬਾਲਾ ਜੀ, ਜਿਹੜੀ ਤੁਸੀਂ ਜਨਮ ਪੱਤਰੀ ਮੰਗਦੇ ਹੋ ਉਹਦੇ ਬਾਰੇ ਮੈਨੂੰ ਨਹੀਂ ਕੋਈ ਪਤਾ ਹੈ। ਨਾਨਕ ਕੇ ਗੁਣ ਬਹੁਤ ਪਿਆਰੇ। ਭਾਈ ਬਾਲਾ ਜੀ, ਤੁਸੀਂ ਸ੍ਰੀ ਨਾਨਕ ਜੀ ਦੇ ਬਹੁਤ ਪਿਆਰੇ ਹੋ। ਹਮ ਸੋ ਕਹੋ ਸਭ ਭੇਦ ਵਿਚਾਰੇ। ਜਿਹੜੀ ਗੱਲ ਭਾਈ ਬਾਲਾ ਜੀ ਤੁਸੀਂ ਕਹੀ ਹੈ, ਇਹ ਸਾਰੀ ਵਿਚਾਰ ਕੇ ਸਾਰਾ ਭੇਦ ਮੈਨੂੰ ਦੱਸੋ। ਗੁਰ ਅੰਗਦ ਹੈ ਕੈ ਸ੍ਰੀ ਚੰਦ। ਜੋ ਤੁਸੀਂ ਆਖਿਆ ਵੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਭਾਈ ਬਾਲੇ ਮੈਨੂੰ ਦੱਸ, ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਆ ਕਿ ਜਾਂ ਸ੍ਰੀ ਚੰਦ ਆ? ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਵੱਡੇ ਸੁਪੁੱਤਰ ਤਾਂ ਬਾਬਾ ਸ੍ਰੀ ਚੰਦ ਆ, ਛੋਟੇ ਲਖਮੀ ਦਾਸ ਜੀ ਆ। ਇਸ ਕਰਕੇ ਭਾਈ ਬਾਲਿਆ ਮੈਨੂੰ ਦੱਸ, ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਹੈ ਜਾਂ ਸ੍ਰੀ ਚੰਦ ਹੈ? ਮੰਜੀ ਕਹਿ ਢਿਗ ਆਨੰਦ ਕੰਦ। ਤੇ ਗੁਰਤਾ ਗੱਦੀ ਦੀ ਮੰਜੀ ਕਿਹਦੇ ਪਾਸ ਹੈ? ਆਨੰਦ ਦੇ ਬੱਦਲ, ਆਨੰਦ ਦੇ ਦਾਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਗੁਰਿਆਈ ਕਿਸ ਨੂੰ ਪ੍ਰਾਪਤ ਹੋਈ ਹੈ? ਸੁਤ ਤੇ ਲਈ ਕੇ ਸੇਵਕ ਪਾਏ। ਭਾਈ ਬਾਲਿਆ ਮੈਨੂੰ ਦੱਸ ਤਾਂ ਸਹੀ, ਪੁੱਤਰ ਦੇ ਪਾਸ ਹੈ ਕਿ ਸੇਵਕ ਨੇ ਪ੍ਰਾਪਤ ਕੀਤੀ ਹੈ? ਪੁੱਤਰ ਨੇ ਲਈ ਹੈ ਗੁਰਿਆਈ ਕਿ ਸੇਵਾਦਾਰ ਨੇ ਲਈ ਹੈ? ਤਖਤ ਬੈਠ ਕਿਸ ਗੁਰਤਾ ਆਏ। ਕੌਣ ਤਖਤ ਤੇ ਬੈਠਾ ਹੈ? ਕਿਸ ਦੇ ਪਾਸ ਗੁਰਤਾ ਗੱਦੀ ਆਈ ਹੈ? ਦੋਹਰਾ ਕਹਿ ਪਾਲਾ ਅੰਗਦ ਗੁਰੂ ਜੇ ਸ੍ਰੀ ਨਾਨਕ ਆਪ। ਭਾਈ ਬਾਲਾ ਜੀ ਕਹਿੰਦੇ ਆ ਸਤਿਕਾਰਯੋਗ ਮਹਾਰਾਜ ਜੀ ਦੇ ਚਾਚਾ ਲਾਲੂ ਜੀ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ, ਦੂਸਰੇ ਪਾਤਸ਼ਾਹ ਜੀ ਨੂੰ ਪੈਸੇ ਪੰਚ ਨਰੇਨ ਧਰ ਸਿਰ ਨਿਵਾਏ ਤੇ ਤਾਪ। 5 ਪੈਸੇ ਨਾਲੀਏ ਰੱਖ ਕੇ ਪਰਿਕਰਮਾ ਕਰਕੇ ਸੀਸ ਨਿਵਾ ਕੇ ਮੱਥਾ ਟੇਕ ਕੇ ਗੁਰਤਾ ਗੱਦੀ ਤੇ ਥਾਪ ਦਿੱਤਾ ਹੈ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਪ ਗੁਰਿਆਈ ਦਿੱਤੀ ਹੈ। 5 ਪੈਸੇ ਨਾਲੀਏ ਰੱਖ ਕੇ ਮੱਥਾ ਟੇਕਿਆ। ਉਸ ਵੇਲੇ ਦੁਨੀਆ ਹੈਰਾਨ ਹੋ ਗਈ ਸੀ, ਸਾਰੇ ਸਿੱਖ ਹੈਰਾਨ ਹੋ ਗਏ ਸੀ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਬਾਬਾ ਲਹਿਣਾ ਜੀ ਨੂੰ ਗੁਰਿਆਈ ਦਿੱਤੀ। 70 ਸਾਲ ਦੀ ਸਰੀਰ ਕਾਰਬਲਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ, 35 ਸਾਲ ਦੀ ਸਰੀਰ ਕਾਰਬਲਾ ਸੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ। 28 ਸਾਲ ਦੀ ਉਮਰ ਦੇ ਵਿੱਚ ਪਹਿਲਾ ਮਿਲਾਪ ਹੋਇਆ। 7 ਸਾਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਰਹੇ। 35 ਸਾਲ ਦੀ ਸਰੀਰ ਕਾਰਬਲਾ ਬਾਬਾ ਲਹਿਣਾ ਜੀ ਦੀ ਹੈ, ਜਿਸ ਵੇਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਵੀ ਪਰਖਿਆ, ਪੁੱਤਰਾਂ ਨੂੰ ਵੀ ਪਰਖਿਆ, ਤੇ ਫਿਰ ਮਹਾਰਾਜ ਨੇ ਆਪਣੇ ਸੇਵਕ ਨੂੰ ਗੁਰਿਆਈ ਦਿੱਤੀ। 5 ਪੈਸੇ ਲੈ ਕੇ ਨਾਰੀਅਲ ਨਾਲ ਲਿਆ, ਥਾਲੀ ਵਿੱਚ ਰੱਖੇ, ਪਰਿਕਰਮਾ ਕੀਤੀਆਂ
ਤੇ ਮੱਥਾ ਟੇਕ ਦਿੱਤਾ। ਸੰਗਤਾਂ ਸਾਰੀਆਂ ਹੈਰਾਨ ਹੋ ਗਈਆਂ ਵੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਸੇਵਕ ਦੇ, ਆਪਣੇ ਚੇਲੇ ਦੇ ਪੈਰੀ ਮੱਥਾ ਟੇਕ ਦਿੱਤਾ। ਗੁਰੂ ਨੇ ਚੇਲੇ ਨੂੰ ਮੱਥਾ ਟੇਕ ਦਿੱਤਾ। ਇਹ ਬਾਣੀ ਦੇ ਵਿੱਚ ਬਚਨ ਹੈ ਸਾਧ ਸੰਗਤ ਜੀ। ਉਲਟੀ ਗੰਗ ਵਹਾਏ ਓਣ ਦੁਨਿਆਈ ਆਖੈ ਕਿ ਕਿਉਨ। ਕਹਿੰਦੇ ਉਲਟੀ ਗੰਗਾ ਵਗ ਗਈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀ ਕਰ ਦਿੱਤਾ? ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਮਦਾ, ਸਹਿ ਟਿੱਕਾ ਦਿੱਤੋ ਸਜੀਮਦਾ। ਗੁਰੂ ਨੇ ਚੇਲੇ ਨੂੰ ਨਮਸਕਾਰ ਕਰ ਦਿੱਤੀ। ਅੱਜ ਤੀਕ ਤਾਂ ਚੇਲੇ ਹੀ ਗੁਰੂ ਨੂੰ ਨਮਸਕਾਰ ਕਰਦੇ ਸੀ, ਅੱਜ ਗੁਰੂ ਨੇ ਚੇਲੇ ਨੂੰ ਮੱਥਾ ਟੇਕ ਦਿੱਤਾ। ਨਾਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਿਸੇ ਦੇ ਅੱਗੇ ਨਹੀਂ ਝੁਕੇ, ਕਿਸੇ ਦੇ ਅੱਗੇ। ਕਿਤੇ ਚੜ੍ਹਦੇ ਲਹਿੰਦੇ ਦੱਖਣ ਪਹਾੜ, ਚੌਹਾਂ ਚੱਕਾਂ ਵਿੱਚ, 9 ਖੰਡਾਂ ਦੀ ਸਾਰੀ ਧਰਤੀ ਤੇ ਸਭ ਰੂਹਾਨੀ ਜਿਸਮਾਨੀ ਤਾਕਤਾਂ ਵਾਲੇ, ਸਭ ਰਾਜੇ ਮਹਾਰਾਜੇ, ਸਿੱਧ ਪੀਰ, ਪੈਗੰਬਰ ਸਤਿਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਝੁਕਦੇ ਰਹੇ। ਜੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਝੁਕੇ ਆ ਤੇ ਉਹ ਆਪਣੇ ਸੇਵਕ ਦੇ ਅੱਗੇ ਝੁਕੇ। ਬਾਬਾ ਲਹਿਣਾ ਜੀ ਨੂੰ ਨਮਸਕਾਰ ਕੀਤੀ। ਨਹੀਂ ਤਾਂ ਸਾਰਾ ਸੰਸਾਰ, ਸਾਰੀ ਸ੍ਰਿਸ਼ਟੀ ਬਾਬਾ ਜੀ ਦੇ ਅੱਗੇ ਹੀ ਝੁਕੀ ਆ, ਜਿਹਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਨੇ ਕੀਤਾ। ਗੜ ਬਗਦਾਦ ਨਿਵਾਏ ਕਹਿ ਮੱਕਾ ਮਦੀਨਾ ਸਭ ਨਿਵਾਇਆ। ਸਿੱਧ 84 ਮੰਡਲੀ ਖਟ ਦਰਸ਼ਨ ਪਾਖੰਡ ਜਿਨਾਇਆ। ਪਾਤਾਲਾਂ ਆਕਾਸ਼ ਲਖ ਜਿੱਤੀ ਧਰਤੀ ਜਗਤ ਸਬਾਇਆ। ਜਿੱਤੀ ਨਵਖੰਡ ਮੇਦਨੀ ਸਤਨਾਮ ਦਾ ਚੱਕਰ ਫਿਰਾਇਆ। ਦੇਵਦਾਨੋ ਰਾਖਸ਼ ਦੈਂਤ ਸਭ ਚਿੱਤ ਗੁਪਤ ਸਭ ਚਰਨੀ ਲਾਇਆ। ਇੰਦਰਾਸਨ ਅਪਸ਼ਰਾ ਰਾਗ ਰਾਗਣੀ ਮੰਗਲ ਗਾਇਆ। ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰ ਨਾਨਕ ਆਇਆ। ਹਿੰਦੂ ਮੁਸਲਮਾਨ ਨਿਵਾਇਆ। ਸਭ ਨਿਵਾ ਦਿੱਤੇ ਬਾਬਾ ਜੀ, ਸਭ ਝੁਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ। ਵੱਡੇ ਵੱਡੇ ਆਕੜ ਖਾਂ ਵੀ ਝੁਕੇ, ਵਲੀ ਕੰਧਾਰੀ ਵਰਗੇ ਜਿਹੜੇ ਉੱਤੇ ਚੜ੍ਹ ਕੇ ਬੈਠੇ ਸੀ, ਟਿੱਲਿਆਂ ਤੇ ਚੜ੍ਹ ਕੇ ਬੈਠੇ ਸੀ। ਪਰ ਉਸ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਸਿੱਖ ਦੇ ਚਰਨਾਂ ਦੇ ਉੱਤੇ, ਸਿੱਖ ਦੇ ਪੈਰਾਂ ਦੇ ਉੱਤੇ ਆਪਣਾ ਸਿਰ ਰੱਖ ਕੇ ਮੱਥਾ ਟੇਕ ਦਿੱਤਾ। ਸੰਗਤ ਹੈਰਾਨ ਹੋ ਗਈ, ਦੁਨੀਆ ਹੈਰਾਨ ਹੋ ਗਈ। ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਮਦਾ, ਸਹਿ ਟਿੱਕਾ ਦਿੱਤੋ ਸਜੀਵਦਾ। ਆਪਣੀ ਜੋਤ ਆਪਣੇ ਸਿੱਖ ਦੇ ਅੰਦਰ ਰੱਖ ਕੇ ਤੇ ਬਾਬਾ ਲਹਿਣਾ ਜੀ ਨੂੰ ਫਿਰ ਮਹਾਰਾਜ ਨੇ ਕਹਿ ਦਿੱਤਾ ਵੀ ਤੁਸੀਂ ਸਾਡੇ ਅੰਗਾਂ ਨਾਲ ਲੱਗ ਕੇ ਅੰਗਦ ਬਣ ਗਏ। ਪੁਰਖਾ ਭਾਈ ਲਹਿਣਿਆ, ਤੁਸੀਂ ਸਾਡੇ ਅੰਗਾਂ ਨਾਲ ਲੱਗ ਕਰਕੇ ਅੰਗਦ ਬਣ ਗਏ ਹੋ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਇੱਥੇ ਭਾਈ ਬਾਲਾ ਜੀ ਦੱਸ ਰਹੇ ਆ, ਮਹਾਰਾਜ ਜੀ ਦੇ ਸਤਿਕਾਰਯੋਗ ਪੂਜਨੀਕ ਚਾਚਾ ਲਾਲੂ ਜੀ ਨੂੰ, ਕਿ ਕਹਿ ਬਾਲਾ ਅੰਗਦ ਗੁਰੂ ਜਿਹ ਸ੍ਰੀ ਨਾਨਕ ਆਪ। ਪੈਸੇ ਪੰਚ ਨਲੇਰ ਧਰ ਸਿਰ ਨਿਵਾਏ ਦੀਏ ਥਾਪ। 5 ਪੈਸੇ ਨਾਲੀਏ ਰੱਖ ਕੇ ਨਮਸਕਾਰ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦਿੱਤੀ ਹੈ, ਤਖਤ ਬਖਸ਼ਿਆ ਹੈ। ਉਹਨਾਂ ਦੀ ਬਰਾਬਰੀ ਕਿਵੇਂ ਕਿਸੇ ਤੋਂ ਹੋ ਸਕਦੀ ਹੈ? ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਬਰਾਬਰੀ ਕਿਵੇਂ ਕੋਈ ਕਰ ਸਕਦਾ ਹੈ? ਜਿਨ੍ਹਾਂ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਸ ਤਰ੍ਹਾਂ ਥਾਪ ਦਿੱਤਾ ਆਪਣੇ ਤਖਤ ਉੱਤੇ, ਆਪ 5 ਪੈਸੇ ਨਾਲੀਏ ਰੱਖ ਕੇ ਆਪ ਮੱਥਾ ਟੇਕਿਆ, ਤੇ ਉਸ ਸਤਿਗੁਰੂ ਜੀ ਦੀ ਬਰਾਬਰਤਾ ਕੌਣ ਕਰ ਸਕਦਾ? ਕੋਈ ਨਹੀਂ ਕਰ ਸਕਦਾ। ਭਾਈ ਬਾਲਾ ਜੀ ਕਹਿੰਦੇ ਅਸੀਂ ਖੋਜ ਲਿਆ, ਅਸੀਂ ਦਰਸ਼ਨ ਕਰਕੇ ਆਏ ਆ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਬਹੁਤ ਮੱਤ ਦੇ ਧੀਰਜ ਵਾਲੇ ਸਤਿਗੁਰੂ ਹਨ। ਜਿਵੇਂ ਖਨਵਾਰੇ ਹੀਰੇ ਨੂੰ ਪ੍ਰਾਪਤ ਕਰਦਾ, ਇਸ ਤਰ੍ਹਾਂ ਅਸੀਂ ਸਤਿਗੁਰੂ ਜੀ ਦੇ ਦਰਸ਼ਨ ਪ੍ਰਾਪਤ ਕੀਤੇ। ਸਤਿਕਾਰਯੋਗ ਚਾਚਾ ਲਾਲੂ ਜੀ, ਬਾਬਾ ਸ੍ਰੀ ਚੰਦ ਜੀ ਵੀ ਸਤਿਕਾਰੇ ਜਾਣਗੇ, ਪਰ ਉਸ ਗੁਰੂ ਸਾਹਿਬ ਜੀ ਦੀ ਸੰਤਾਨ ਕਰਕੇ ਸਤਿਕਾਰੇ ਜਾਣਗੇ, ਗੁਰੂ ਸਾਹਿਬ ਜੀ ਦੇ ਪੁੱਤਰ ਕਰਕੇ ਉਹ ਸਤਿਕਾਰੇ ਜਾਣਗੇ। ਕਿਉਂਕਿ ਸਾਰੇ ਮਨੁੱਖ ਆਪਣੇ ਮਨ ਵਿੱਚ ਅਨੁਮਾਨ ਲਾ ਕੇ ਗੁਰੂ ਸਾਹਿਬ ਜੀ ਦੀ ਸੰਤਾਨ ਜਾਣ ਕਰਕੇ ਉਹਨਾਂ ਨੂੰ ਮੰਨਣਗੇ। ਪਰ ਜੋ ਗੁਰਿਆਈ ਹੈ ਉਹ ਬਾਬਾ ਸ੍ਰੀ ਚੰਦ ਜੀ ਨੂੰ ਨਹੀਂ ਪ੍ਰਾਪਤ ਹੋਈ, ਉਹ ਤਾਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਗਈ ਹੈ।
ਪ੍ਰਗਟੈ। ਇਹ ਤਾਂ ਜਾਣੋ ਕਿ ਜਿਵੇਂ ਦੂਸਰੇ ਸ੍ਰੀ ਗੁਰੂ ਨਾਨਕ ਸਾਹਿਬ ਹੀ ਪ੍ਰਗਟ ਹੋ ਗਏ, ਸਰੀਰ ਹੀ ਬਦਲਿਆ ਹੈ, ਦੂਜੇ ਗੁਰੂ ਨਾਨਕ ਸਾਹਿਬ ਵੀ ਪ੍ਰਗਟ ਹੋ ਗਏ ਹਨ। ਸੁਨ ਕਰ ਲਾਲੋ ਕਿਰਾ ਨਾਈ। ਇੱਥੇ ਜੋ ਬਚਨ ਆਇਆ ਨਾ ਭਾਈ ਬਾਲਾ ਜੀ ਨੇ ਆਖਿਆ ਮਹਾਰਾਜ ਦੇ ਸਤਿਗੁਰ ਗਰੀਬ ਨਵਾਜ ਸਾਹਿਬ ਜੀ ਦੇ ਚਾਚਾ ਜੀ ਨੂੰ ਕਿ ਬਾਬਾ ਸ੍ਰੀ ਚੰਦ ਜੀ ਸੰਤਾਨ ਕਰਕੇ ਜਾਣੇ ਜਾਣਗੇ, ਤੇ ਬਾਬਾ ਸ੍ਰੀ ਚੰਦ ਜੀ ਦਾ ਸਤਿਕਾਰ ਸਾਰੇ ਗੁਰੂ ਸਾਹਿਬਾਂ ਨੇ ਬਹੁਤ ਬਹੁਤ ਕੀਤਾ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ, ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗਰੀਬ ਨਵਾਜ ਨੇ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ, ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਬਾਬਾ ਸ੍ਰੀ ਚੰਦ ਸਾਹਿਬ ਜੀ ਦਾ ਸਤਿਕਾਰ ਪੰਜਾਂ ਸਤਿਗੁਰਾਂ ਨੇ ਬਹੁਤ ਕੀਤਾ ਅਦਬ ਦੇ ਨਾਲ। ਜਦੋਂ ਬਾਬਾ ਸ੍ਰੀ ਚੰਦ ਜੀ ਗੁਰੂ ਕੇ ਦਰਬਾਰ ਵਿੱਚ ਆਇਆ ਕਰਦੇ ਸੀ ਤੇ ਗੁਰੂ ਸਾਹਿਬ ਜੀ ਬਹੁਤ ਆਦਰ ਨਾਲ ਮਿਲਿਆ ਕਰਦੇ ਸਨ ਕਿ ਜਗਤ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਆ ਰਹੇ। ਆਪ ਵੀ ਮਿਲਣ ਜਾਂਦੇ ਸਨ ਬਾਠ ਸਤਿਗੁਰੂ ਜੀ। ਇਹ ਇਤਿਹਾਸ ਵਿੱਚ ਜ਼ਿਕਰ ਹੈ। ਮਹਾਰਾਜ ਸਾਹਿਬ ਜੀ ਇੱਕ ਘੋੜਾ ਤੇ 500 ਰੁਪਈਆ ਭੇਟਾ ਦਿਆ ਕਰਦੇ ਸਨ ਬਾਬਾ ਸ੍ਰੀ ਚੰਦ ਸਾਹਿਬ ਜੀ। ਨਾਲੇ ਪੂਜੇ ਵੀ ਕਿਉਂ ਨਾ ਜਾਣ, ਸਤਿਕਾਰੇ ਵੀ ਕਿਉਂ ਨਾ ਜਾਣ। ਆਪਾਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਪੜ੍ਹਦੇ, ਉਹਨਾਂ ਨੇ ਆਖਿਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਉਹ ਤੇ ਜਗ੍ਹਾ ਪੂਜੀ ਜਾਂਦੀ ਜਿੱਥੇ ਬਾਬਾ ਜੀ ਨੇ ਆਪਣੇ ਪੈਰ ਰੱਖ ਦਿੱਤੇ, ਤੇ ਜਿਹੜੇ ਬਾਬਾ ਜੀ ਦੇ ਘਰੇ ਪ੍ਰਗਟ ਹੋਏ ਆ ਉਹ ਕਿਉਂ ਨਾ ਸਤਿਕਾਰੇ ਜਾਣਗੇ, ਕਿਉਂ ਨਾ ਉਹਨਾਂ ਦਾ ਸਤਿਕਾਰ ਹੋਵੇਗਾ। ਨਾਲੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਵਰਗੇ ਪਿਤਾ ਤੇ ਮਾਂ ਸੁਲੱਖਣੀ ਵਰਗੀ ਮਾਤਾ ਪਿਆਰੇ ਕਿਹਨੂੰ ਮਿਲ ਜਾਂਦੇ ਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵਰਗਾ ਪਿਤਾ ਤੇ ਮਾਤਾ ਸੁਲੱਖਣੀ ਵਰਗੀ ਮਾਤਾ ਕਿਸੇ ਨੂੰ ਮਿਲ ਜਾਊਗੀ ਹਾਰੇ ਸਾਰੇ ਨੂੰ। ਉਹ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਨ ਹਸਤੀ, ਜਿਨ੍ਹਾਂ ਦਾ ਸਾਧ ਸੰਗਤ ਜੀ ਆਗਮਨ ਇੱਥੇ ਹੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਦੋਨਾਂ ਸਾਹਿਬਜ਼ਾਦਿਆਂ ਦਾ ਆਗਮਨ ਹੋਇਆ ਗੁਰੂ ਕੇ ਬਾਗ ਸਾਹਿਬ ਵਾਲੇ ਸਥਾਨ ਤੇ। ਬਾਬਾ ਸ੍ਰੀ ਚੰਦ ਜੀ 1551 ਬਿਕਰਮੀ ਸੰਮਤ ਨੂੰ ਪ੍ਰਗਟ ਹੋਏ ਤੇ ਬਾਬਾ ਲਖਮੀ ਦਾਸ ਸਾਹਿਬ ਜੀ 1553 ਬਿਕਰਮੀ ਸੰਮਤ। ਗੁਰੂ ਸਾਹਿਬ ਜੀ ਨੇ ਤਾਂ ਕੌੜੇ ਰੀਠੇ ਵੱਲੇ ਤੱਕਿਆ ਤੇ ਉਹ ਮਿੱਠੇ ਫਲ ਦਿੰਦਾ ਤੇ ਅੱਜ ਤੀਕ ਸਤਿਕਾਰਿਆ ਜਾਂਦਾ। ਲੱਖਾਂ ਸੰਗਤਾਂ ਉਹਦੇ ਰੀਠੇ ਦੇ ਦਰਸ਼ਨ ਕਰਨ ਵਾਸਤੇ ਜਾਂਦੀਆਂ। ਗੁਰੂ ਕੇ ਦਰਬਾਰ ਦਾ ਨਾਮ ਰੀਠਾ ਸਾਹਿਬ। ਗੁਰੂ ਸਾਹਿਬ ਜੀ ਨੇ ਆਪਣੇ ਚਰਨਾਂ ਦੇ ਛੋਹ ਦੇ ਨਾਲ ਕਿਤੇ ਜਲ ਪ੍ਰਗਟ ਕਰ ਦਿੱਤਾ, ਉਹ ਸ੍ਰੀ ਨਾਨਕ ਝੀਰਾ ਸਾਹਿਬ ਕਰਕੇ ਅੱਜ ਤੀਕ ਪੂਜਿਆ ਜਾਂਦਾ ਤੇ ਰਹਿੰਦੀ ਦੁਨੀਆ ਤੀਕ ਪੂਜਿਆ ਜਾਵੇ। ਗੁਰੂ ਸਾਹਿਬ ਨੇ ਤਾਂ ਕਿਸੇ ਪੱਥਰ ਨੂੰ ਆਪਣੇ ਕਰ ਕਮਲਾਂ ਦੀ ਛੋਹ ਦੇ ਦਿੱਤੀ। ਜਦੋਂ ਵਲੀ ਕੰਧਾਰੀ ਨੇ ਉਤੋਂ ਰੋੜਿਆ ਸੀ ਨਾ ਪਹਾੜ ਤੋਂ ਪੱਥਰ, ਤੇ ਮਹਾਰਾਜ ਨੇ ਰੋਕਿਆ ਸੀ ਤੇ ਪੰਜਾ ਲਾਇਆ ਤੇ ਪੰਜਾ ਸਾਹਿਬ ਬਣ ਗਿਆ ਤੇ ਸੰਗਤਾਂ ਅੱਜ ਤੀਕ ਦਰਸ਼ਨ ਕਰਦੀਆਂ ਪੰਜਾ ਸਾਹਿਬ। ਗੁਰੂ ਸਾਹਿਬ ਨੇ ਦਾਤਨ ਕਰਕੇ, ਬੇਰੀ ਦੀ ਦਾਤਨ ਕਰਕੇ ਅਵੇਈ ਦੇ ਕੰਢੇ ਤੇ ਲਾ ਦਿੱਤੇ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਬਣ ਗਿਆ। ਬੇਰੀ ਦੀ ਦਾਤਨ, ਬੇਰ ਸਾਹਿਬ। ਬੇਰੀਆਂ ਤੇ ਹੋਰ ਵੀ ਬਥੇਰੀਆਂ ਹੈਗੀਆਂ ਪਰ ਇਹਦਾ ਮੁਕਾਬਲਾ ਥੋੜਾ ਕਰ ਸਕਦੀਆਂ। ਆਪਣ ਤੇ ਚਲ ਨੀਰ ਕੇ ਤੀਰ ਪੈ ਦੰਤਨ ਧਾਵਣੇ ਆਣ ਕਰੇ, ਗਾੜ ਦਈ ਧਰ ਹੋਤ ਭਇਓ ਤਰ ਹੈ ਅਬਲੋ ਬਰਸੋ ਬਦਰੀ। ਜਿਹਦੇ ਸੰਬੰਧ ਚ ਕਿਸੇ ਗੁਰਮੁਖ ਨੇ ਲਿਖਿਆ, ਮੇਰੇ ਜਿਹੀਆਂ ਬੇਰੀਆਂ ਬਥੇਰੀਆਂ ਸੀ ਜਾਗੇ ਉੱਤੇ, ਲੱਭਦੇ ਨਿਸ਼ਾਨ ਨਹੀਂ ਦੂਰ ਨਾ ਨਜ਼ੀਕ ਹੈ, ਕੋਲੇ ਹੋ ਕੇ ਸੜ ਗਈਆਂ ਬੁੱਢੀਆਂ ਹੋ ਮਰ ਗਈਆਂ, ਬੱਕਰੀਆਂ ਚਰ ਗਈਆਂ ਬਚਨ ਇਹ ਠੀਕ ਹੈ। ਮੈਂ ਹਰੀ ਭਰੀ ਸਤਿਕਾਰਯੋਗ ਸੁਲਤਾਨਪੁਰ ਲੋਧੀ ਵਿੱਚ ਵਰਾ ਹੋਇਆ ਮੈਨੂੰ 500 ਤੋਂ ਵਧੇਕ ਹੈ। ਗੁਰੂ ਨਾਨਕ ਦੀ ਸੰਗਤ ਦਾ ਫਲ ਇਹ ਖਾਲਸਾ ਜੀ, ਦੇਵ ਦਾ ਉਗਾਹੀ ਪੱਤ ਪੱਤ ਮੇਰਾ ਠੀਕ ਹੈ। ਮੇਰਾ ਪੱਤਾ ਪੱਤਾ ਹਰਿਆ ਭਰਿਆ ਠੀਕ ਠਾਕ ਤੇ ਉਗਾਹੀ ਦਿੰਦਾ ਵੀ ਦੁਨੀਆ ਦੇ ਲੋਕੋ, ਜੇ ਅੱਜ ਮੇਰੇ ਨਾਂ ਤੇ ਗੁਰੂ ਕੇ ਦਰਬਾਰ ਦਾ ਨਾਮ ਸ੍ਰੀ ਬੇਰ ਸਾਹਿਬ ਹੈ ਤੇ ਮੈਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮੁਖ ਦੀ ਛੋਹ ਪ੍ਰਾਪਤ ਹੋ ਗਈ, ਤਾਂ ਮੈਨੂੰ ਸੰਗਤਾਂ ਨਮਸਕਾਰਾਂ ਕਰਦੀਆਂ। ਮੇਰੇ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਰਕਤ ਨੂੰ ਨਮਸਕਾਰਾਂ ਕਰਦੀਆਂ। ਕਿਤੇ ਗੁਰੂ ਕਾ ਸਿੱਖ ਹਰ ਇੱਕ ਥਾਂ ਤੇ ਦਰਖਤਾਂ ਨੂੰ ਹੋੜਾ ਸੀਸ ਝੁਕਾਉਂਦਾ ਫਿਰਦਾ, ਇਹ ਤਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ ਬਰਕਤ ਨੂੰ ਨਮਸਕਾਰਾਂ। ਇੱਕ ਗੁਰਮੁਖ ਨੇ ਲਿਖਿਆ, ਇਹ ਤਾਂ ਮਹਾਰਾਜ ਨੇ ਦਾਤਨ ਕਰਕੇ ਲਾਈ ਨਾ,
ਕਈਆਂ ਬੇਰੀਆਂ ਦੇ ਥੱਲੇ ਬੈਠ ਕੇ ਕੀਰਤਨ ਵੀ ਕੀਤਾ। ਸਿਆਲਕੋਟ ਵਿੱਚ ਵੀ ਇਤਿਹਾਸਕ ਬੇਰੀਆਂ ਜਿਹਦੇ ਥੱਲੇ ਬੈਠ ਕੇ ਮਹਾਰਾਜ ਸਾਹਿਬ ਜੀ ਨੇ ਕੀਰਤਨ ਕੀਤਾ। ਉਹ ਗੁਰਮੁਖ ਕਹਿੰਦਾ, ਬੇਰੀ ਹੇਠ ਬੈਠੇ ਗੁਰੂ ਬੇਰੀ ਪੀ ਨਿਹਾਲ ਹੋਈ, ਰੀਠੇ ਵੱਲ ਡਿੱਠਾ ਰੀਠਾ ਮਿੱਠਾ ਹੋਏ ਜਾਵਦਾ। ਅੱਕਾਂ ਦੀਆਂ ਖੱਖੜੀਆਂ ਵੇਖ ਕੇ ਨਿਹਾਲ ਹੋਈਆਂ, ਅੰਬ ਤੇ ਅਨਾਰ ਨੂੰ ਮਰਦਾਨਾ ਤੋੜ ਖਾਵਦਾ। ਕਿਕਰਾਂ ਤੋਂ ਮਠਿਆਈਆਂ ਚੜਵਾਈਆਂ ਮੇਰੇ ਸਤਿਗੁਰਾਂ, ਖਾਰਾ ਜਲ ਚਰਨ ਛੋਏ ਮਿੱਠਾ ਹੋਏ ਜਾਵਦਾ। ਪਸ਼ੂ ਪੰਛੀ ਰਾਖਸ਼ ਵੀ ਤਾਰੇ ਮੇਰੇ ਸਤਿਗੁਰਾਂ, ਬੰਦਾ ਕਿਉਂ ਨਾ ਤਰੇ ਜਿਹੜਾ ਗੁਰੂ ਸ਼ਰਨ ਆਵਦਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਮਹਾਨ ਮਹਿਮਾ ਹੈ। ਭਾਈ ਬਾਲਾ ਜੀ ਕਹਿੰਦੇ ਕਿ ਬਾਬਾ ਸ੍ਰੀ ਚੰਦ ਜੀ ਉਹ ਗੁਰੂ ਸਾਹਿਬ ਜੀ ਦੇ ਪੁੱਤਰ ਕਰਕੇ ਜਾਣੇ ਜਾਣਗੇ, ਸਤਿਕਾਰੇ ਜਾਣਗੇ, ਪਰ ਗੁਰਤਾ ਗੱਦੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਦਿੱਤੀ ਹੈ। ਇਸ ਕਰਕੇ ਆਪ ਜੀ ਖੋਜ ਕਰੋ, ਸੁਣ ਕਰ ਲਾਲੂ ਗਿਰਾ ਅਲਾਈ। ਭਾਈ ਬਾਲਾ ਜੀ ਦੇ ਇਹ ਬੋਲ ਸੁਣ ਕਰਕੇ ਆਖਿਆ ਸਤਿਕਾਰਯੋਗ ਚਾਚਾ ਲਾਲੂ ਜੀ ਨੇ ਕਿ ਭਾਈ ਬਾਲਾ ਜੀ ਤੁਸੀਂ ਖੋਜ ਕਰੋ ਘਰ ਦੇ ਵਿੱਚ, ਕਿ ਜੇ ਘਰ ਵਿੱਚ ਹੋਈ ਜਨਮ ਪੱਤਰੀ ਤੇ ਫਿਰ ਪ੍ਰਾਪਤ ਹੋ ਜਾਵੇਗੀ। ਕਿਉਂਕਿ ਕਾਗਜ਼ ਤੇ ਘਰ ਵਿੱਚ ਪਏ ਆ ਲੇਖੇ ਦੇ, ਬਹੁਤ ਕਾਗਜ਼ ਪੱਤਰ ਪਿਆ ਹੋਇਆ। ਕਿਉਂਕਿ ਮਹਾਰਾਜ ਦੇ ਪਿਤਾ ਜੀ ਉਹ ਮਹਿਤਾ ਸਨ, ਪਟਵਾਰੀ ਸਨ, ਇਸ ਕਰਕੇ ਪਟਵਾਰੀਆਂ ਕੋਲੇ ਕਾਗਜ਼ ਬਹੁਤ ਹੁੰਦੇ ਆ। ਤੇ ਚਾਚਾ ਲਾਲੂ ਜੀ ਕਹਿੰਦੇ ਆ ਵੀ ਘਰ ਵਿੱਚ ਕਾਗਜ਼ਾਂ ਦਾ ਤੇ ਕੋਈ ਅੰਤ ਨਹੀਂ, ਕਾਗਜ਼ ਤਾਂ ਪਏ ਬਹੁਤ ਜ਼ਿਆਦੇ। ਤੇ ਲੱਭੋ ਤੁਸੀਂ ਵੀ ਜੇ ਉਹਨਾਂ ਕਾਗਜ਼ਾਂ ਵਿੱਚੋਂ ਉਹ ਵੀ ਕਾਗਜ਼ ਲੱਭ ਜਾਵੇ ਜਿਹਦੇ ਉੱਤੇ ਮਹਾਰਾਜ ਸਾਹਿਬ ਜੀ ਦੇ ਕੋਈ ਜਨਮ ਦੀ ਪ੍ਰਕਾਸ਼ ਧਾਰਨ ਦੀ ਤਰੀਕ ਲਿਖੀ ਹੋਈ ਹੈ, ਉਹ ਕਾਗਜ਼ ਵੀ ਜੇ ਮਿਲ ਜਾਵੇ ਵਿੱਚੋਂ। ਕਾਗਜ਼ ਤਾਂ ਲੇਖੇ ਦੇ ਬਹੁਤ ਘਰੇ ਪਏ ਹੋਏ ਹਨ। ਇਸ ਕਰਕੇ ਬਹੁਤਿਆਂ ਕਾਗਜ਼ਾਂ ਵਿੱਚ ਉਹ ਮਿਲੀ ਹੋਵੇਗੀ ਜੇ ਘਰੇ ਹੋਈ ਤਾਂ, ਪਰ ਮੈਨੂੰ ਕੋਈ ਖਬਰ ਨਹੀਂ ਹੈ, ਕੋਈ ਜਾਣੀ ਨਹੀਂ ਜਾਂਦੀ ਹੈ ਵੀ ਹੋਵੇ ਕਿ ਨਾ ਹੋਵੇ। ਭਾਈ ਬਾਲਾ ਜੀ ਕਹਿੰਦੇ ਆ ਕਿ ਚਾਚਾ ਲਾਲੂ ਜੀ ਤੁਸੀਂ ਵੀ ਨਾਲ ਮਦਦ ਕਰਾਓ, ਤੁਸੀਂ ਮਹਿਤਾ ਕਲਿਆਣ ਚੰਦ ਜੀ ਦੇ ਛੋਟੇ ਭਰਾਤਾ ਹੋ। ਜਨਨ 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 ਜਨਕ ਨਾਨਕ ਨੈਣ ਤੁਮਤੇ ਅਬੇਗਾਤ। ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਜੀ, ਮਾਤਾ ਤ੍ਰਿਪਤਾ ਜੀ, ਸਤਿਕਾਰਯੋਗ ਪਿਤਾ ਜੀ ਮਹਿਤਾ ਕਲਿਆਣ ਚੰਦ ਜੀ, ਉਹ ਹੁਣ ਨਹੀਂ ਹਨ ਸਰੀਰ ਕਰਕੇ, ਉਹ ਪਰਲੋਕ ਗਮਨ ਕਰ ਚੁੱਕੇ ਆ, ਸੱਚਖੰਡ ਪਿਆਨਾ ਕਰ ਚੁੱਕੇ ਆ। ਤੁਮ ਤੇ ਅਬ ਹੈ ਅਗਾਤ, ਤੇ ਤੁਹਾਨੂੰ ਵੀ ਕੋਈ ਪਤਾ ਨਹੀਂ ਹੈ ਕਿ ਜਨਮ ਪੱਤਰੀ ਹੈ ਕਿ ਨਹੀਂ। ਪਰ ਇਸ ਕਰਕੇ ਤੁਹਾਡੇ ਤੋਂ ਬਿਨਾਂ ਸਾਡਾ ਇਹ ਕੰਮ ਕੌਣ ਕਰ ਸਕਦਾ ਹੈ, ਤੁਸੀਂ ਸਾਡੀ ਮਦਦ ਕਰੋ। ਤੁਸੀਂ ਵੀ ਉੱਠੋ ਤੇ ਆਪਣੇ ਘਰ ਦੇ ਵਿੱਚ ਜਨਮ ਪੱਤਰੀ ਦੀ ਖੋਜ ਕਰੋ। ਭਾਈ ਬਾਲਾ ਜੀ ਦੀ ਰਸ ਵਾਲੀ ਪ੍ਰੇਮ ਵਾਲੀ ਇਹ ਬੇਨਤੀ ਸੁਣ ਕਰਕੇ ਸਤਿਕਾਰਯੋਗ ਮਹਾਰਾਜ ਦੇ ਚਾਚਾ ਲਾਲੂ ਜੀ ਘਰ ਦੇ ਵਿੱਚ ਲੇਖੇ ਜੋਖੇ ਦੇ ਕਾਗਜ਼ ਪੱਤਰ ਫਰੋਲਣ ਲੱਗੇ। ਲੱਭਦਿਆਂ ਚਾਚਾ ਲਾਲੂ ਜੀ ਵੀ ਲੱਭਦੇ ਆ ਤੇ ਲਾਲਾ ਪੰਨੂ ਸਿੱਖ ਜੀ ਉਹ ਵੀ ਵੇਖਦੇ ਕਾਗਜ਼, ਭਾਈ ਬਾਲਾ ਜੀ ਵੀ ਵੇਖਦੇ ਆ ਤੇ ਲੱਭਦਿਆਂ ਕਹਿੰਦੇ ਪੰਜਵੇਂ ਦਿਨ ਲੱਭ ਗਈ ਫਿਰ ਜਨਮ ਪੱਤਰੀ। 5 ਦਿਨ ਲੱਗੇ ਕਾਗਜ਼ ਫਰੋਲਣ ਵਾਸਤੇ। ਕਾਗਜ਼ ਪੱਤਰ ਜਿਹੜਾ ਉਹ ਇੱਕ ਇੱਕ ਕਰਕੇ ਵੇਖਿਆ, ਫਰੋਲਿਆ, ਕਿਉਂਕਿ ਮਹਿਤਾ ਕਲਿਆਣ ਚੰਦ ਪਟਵਾਰੀ ਜੀ ਉਹਨਾਂ ਦੇ ਕਾਗਜ਼ ਪੱਤਰ ਬਹੁਤ ਜ਼ਿਆਦਾ ਸੀ, ਘਰ ਵਿੱਚ ਟਰੰਕ ਭਰੇ ਹੋਏ ਸੀ, ਸੰਦੂਕ ਭਰੇ ਹੋਏ ਸੀ, ਤੇ ਉਹਨਾਂ ਨੂੰ ਫੋਲਦਿਆਂ 5 ਦਿਨ ਲੱਗੇ ਤੇ 5 ਦਿਨਾਂ ਬਾਅਦ ਫਿਰ ਜਨਮ ਪੱਤਰੀ ਹੱਥ ਵਿੱਚ ਆ ਗਈ। ਸਤਿਕਾਰਯੋਗ ਚਾਚਾ ਲਾਲੂ ਜੀ ਨੇ ਭਾਈ ਬਾਲਾ ਜੀ ਦੇ ਹੱਥ ਵਿੱਚ ਦਿੱਤੀ। ਭਾਈ ਬਾਲਾ ਜੀ ਨੇ ਉਹ ਜਨਮ ਪੱਤਰੀ ਲਾਲਾ ਪੰਨੂ ਸਿੱਖ ਦੇ ਹੱਥਾਂ ਵਿੱਚ ਦਿੱਤੀ। ਲਾਲਾ ਪੰਨੂ ਜੀ ਨੇ ਉਹ ਜਨਮ ਪੱਤਰੀ ਲੈ ਕਰਕੇ, ਕਾਗਜ਼ ਲੈ ਕਰਕੇ ਜਨਮ ਪੱਤਰੀ ਵਾਲਾ, ਤੇ ਭਾਈ ਬਾਲਾ ਜੀ ਨੂੰ ਆਖਿਆ ਭਾਈ ਬਾਲਾ ਜੀ ਹੁਣ ਤੁਸੀਂ ਇੱਥੇ ਨਹੀਂ ਰਹਿਣਾ। ਇਹ ਨਹੀਂ ਵੀ ਹੁਣ ਜਨਮ ਪੱਤਰੀ ਲੱਭ ਗਈ ਤੇ ਤੁਹਾਡਾ ਖਿਆਲ ਹੋਵੇ ਵੀ ਮੈਂ ਇੱਥੇ ਹੀ ਰਹਿ ਪਵਾਂ ਆਪਣੇ ਨਗਰ ਵਿੱਚ।
ਤੁਸੀਂ ਵੀ ਹੁਣ ਨਾਲ ਹੀ ਚੱਲੋ ਮੇਰੇ, ਆਪਾਂ ਇਕੱਠੇ ਹੀ ਚੱਲੀਏ ਖਡੂਰ ਸਾਹਿਬ। ਤੇਰੇ ਗੁਰ ਹਰਿ ਅਪਾਰਾ ਫੇਰ ਹੈ ਗੁਰ ਔਰ ਹਰਖ ਅਪਾਰਾ। ਜਦੋਂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਵੇਖਣਗੇ ਤਾਂ ਉਹਨਾਂ ਸਤਿਗੁਰਾਂ ਦੇ ਹਿਰਦੇ ਵਿੱਚ ਬਹੁਤ ਖੁਸ਼ੀ ਹੋਵੇਗੀ, ਜਿਹਦਾ ਕੋਈ ਪਾਰਾਵਾਰ ਨਹੀਂ ਹੋਵੇਗਾ। ਪਰਮ ਪ੍ਰਸਿੱਧ ਪਰਉਪਕਾਰ ਭਾਈ ਬਾਲਾ ਜੀ ਤੁਹਾਡੇ ਪਰਉਪਕਾਰ ਉੱਤੇ ਪਰਮ ਪ੍ਰਸੰਨ ਹੋਣਗੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸੁਨ 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 ਮਹਿ ਅਨਪਾਏ ਉਸ ਵੇਲੇ ਇਹ ਗੱਲ ਲਾਲਾ ਪੰਨੂ ਜੀ ਦੀ ਸੁਣ ਕਰਕੇ ਤੇ ਮਨ ਦੇ ਵਿੱਚ ਅਨੁਮਾਨ ਲਾਇਆ ਭਾਈ ਬਾਲਾ ਜੀ ਨੇ। ਭਾਨੀ ਬਨ ਭਗਤ ਸੁਖਮ ਮਨ ਸਾਨੀ ਬਾਣੀ ਭਣਤ ਸੁਖਨ ਮਮ ਸਾਨੀ। ਇਹ ਲਾਲਾ ਪੰਨੂ ਜੀ ਜੋ ਬੋਲ ਕਹਿ ਰਹੇ ਆ, ਇਹ ਮੇਰੇ ਵਾਸਤੇ ਬਹੁਤ ਸੁਖਦਾਈ ਹਨ, ਸੁਖਾਂ ਨਾਲ ਮਿਲੀ ਹੋਈ ਬਾਣੀ ਹੈ। ਕਵਨੇ ਜੁਗਤ ਸੰਗ ਮਗ ਨਾਹੀ ਹੁਣ ਦੋਵੇਂ ਚੱਲ ਪਏ ਰਸਤੇ ਦੇ ਵਿੱਚ ਇਕੱਠੇ ਹੀ। ਬਾਲਾ ਸੁਨ ਪੰਨੂ ਦਿਸ ਤਾਹੀ ਭਾਈ ਬਾਲਾ ਜੀ ਤੇ ਲਾਲਾ ਪੰਨੂ ਜੀ ਤਿਸ ਤਰਫ ਭਾਵ ਖਡੂਰ ਸਾਹਿਬ ਵੱਲ ਨੂੰ ਚੱਲ ਪਏ। ਦੋਹਰਾ ਲਾਲੂ ਜਲਦਿਓ ਮਿਲ ਤਬੈ ਪੈਸੇ ਪੰਜ ਨਰੇਕ ਹੁਣ ਚੱਲਣ ਹੀ ਲੱਗੇ ਸੀ ਜਿਸ ਵੇਲੇ ਤੇ ਜਗਤ ਗੁਰੂ ਜੀ ਦੇ ਸਤਿਕਾਰਯੋਗ ਚਾਚਾ ਜੀ, ਚਾਚਾ ਲਾਲੂ ਜੀ ਮਿਲੇ। ਉਹਨਾਂ ਨੇ 5 ਪੈਸੇ ਤੇ ਇੱਕ ਨਾਰੀਅਲ ਲਿਆ ਆਪਣੇ ਪਾਸੋਂ। ਆਪਣੀ ਕਿਸ ਤੇ ਭੇਟ ਅਗੇ ਬੋਲਿਓ ਮੁਖ ਦੇਗੇ ਆਪਣੀ ਤਰਫੋਂ ਭੇਟਾ ਦਿੱਤੀ। ਆਖਿਆ ਭਾਈ ਬਾਲਾ ਜੀ ਆ ਦੂਜੇ ਪਾਤਸ਼ਾਹ ਜਿਨ੍ਹਾਂ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਗੁਰਿਆਈ ਦਿੱਤੀ ਹੈ ਨਾ, ਉਸ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆ ਮੇਰੇ ਤਰਫੋਂ ਭੇਟਾ ਅਰਪਣ ਕਰ ਦਿਓ। ਆ 5 ਪੈਸੇ ਤੇ ਇੱਕ ਨਾਲੀਏਰ। ਤੋ ਇਸ ਤਰ੍ਹਾਂ ਉਹ ਭੇਟਾ ਦੇ ਕਰਕੇ ਤੇ ਸਤਿਕਾਰਯੋਗ ਚਾਚਾ ਲਾਲੂ ਜੀ ਨੇ ਫਿਰ ਬਚਨ ਕੀਤਾ, ਜਾ ਪਏ ਹਮਰੇ ਦਿਸ ਤੇ ਦੇਹੋ ਸੰਦੇਸਾ ਮੇਰੀ ਤਰਫੋਂ ਇੱਕ ਸੰਦੇਸ਼ਾ ਦੇ ਦਿਓ ਸਤਿਗੁਰਾਂ ਨੂੰ। ਸ੍ਰੀ ਅੰਗਦ ਜਿਸ ਦੋਸ ਨਵੇਸਾ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਇਹ ਮੇਰਾ ਸੁਨੇਹਾ ਦੇ ਦਿਓ, ਜਿਸ ਸਤਿਗੁਰੂ ਜੀ ਨੂੰ ਲੇਸ਼ ਮਾਤਰ ਵੀ ਦੋਸ਼ ਨਹੀਂ ਹੈ। ਸ੍ਰੀ ਚੰਦ ਦੇ ਰਿਸ ਕੋ ਧਰੈ ਇਹ ਆਖਿਓ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਕਿ ਜੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਜੇ ਗੁੱਸਾ ਕਰਨ ਸ਼ਿਮਾ ਤਰਤ ਦਿਓ ਤੇ ਪਰ ਕਰੈ ਤੇ ਧਰਤੀ ਵਰਗੀ ਸ਼ਿਮਾ ਕਰਨ ਸ੍ਰੀ ਚੰਦ ਦੇ ਉੱਤੇ। ਜੇ ਕਿਤੇ ਸ੍ਰੀ ਚੰਦ ਗੁੱਸੇ ਵਿੱਚ ਆ ਜਾਵੇ ਤੇ ਇਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਮੇਰੇ ਵੱਲੋਂ ਇਹ ਬੇਨਤੀ ਕਰਿਓ ਕਿ ਸਤਿਗੁਰੂ ਜੀ ਦੇ ਚਾਚਾ ਜੀ ਕਹਿੰਦੇ ਸਨ, ਚਾਚਾ ਲਾਲੂ ਜੀ, ਵੀ ਤੁਸੀਂ ਧਰਤੀ ਵਰਗੀ ਖਿਮਾ ਕਰਿਓ ਸ੍ਰੀ ਚੰਦ ਦੇ ਉੱਤੇ। ਬਾਦੇ ਮੋਰ ਬਚਨ ਉਚਾਰਾ ਮਹਾਰਾਜ ਦੇ ਚਾਚਾ ਲਾਲੂ ਜੀ ਦੀ ਇਹ ਗੱਲ ਸੁਣ ਕਰਕੇ ਭਾਈ ਬਾਲਾ ਜੀ ਨੇ ਫਿਰ ਬਚਨ ਕੀਤਾ, ਸ੍ਰੀ ਅੰਗਦ ਨਾਨਕ ਅਵਤਾਰਾ ਆਖਿਆ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੀ ਅਵਤਾਰ ਹਨ। ਪੰਜ ਲੋਕ ਨੇ ਤਿਨ ਨਹਿ ਪਾਵੇ 5 ਦੋਸ਼ ਤਾਂ ਉਹਨਾਂ ਵਿੱਚ ਪਾਏ ਹੀ ਨਹੀਂ ਜਾਂਦੇ। ਗੁੱਸਾ ਤੇ ਉਹਨਾਂ ਨੂੰ ਆਉਂਦਾ ਹੀ ਨਹੀਂ ਹੈ। ਕਾਮ ਕਰੋ ਲੋਭ ਹੰਕਾਰ ਤੋਂ ਰਹਿਤ ਹਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਇਹ ਭਾਈ ਬਾਲਾ ਜੀ ਕਹਿ ਰਹੇ, ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੀ ਉਹ ਸਰੂਪ ਹਨ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੀ ਅਵਤਾਰ ਹਨ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਜੋਤ ਹੀ ਗੁਰੂ ਅੰਗਦ ਸਾਹਿਬ ਜੀ ਦੇ ਵਿੱਚ ਪ੍ਰਕਾਸ਼ਮਾਨ ਹੈ। ਇਸ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਵਿੱਚ ਨਹੀਂ ਹਨ। ਸ਼ਬਦ ਸਪਰਸ਼ ਰੂਪ ਰਸ ਗੰਧ ਤੋਂ ਰਹਿਤ ਹਨ। ਨਿਕਟ ਤਰਨ ਜਿਉ ਤਿਮਰ ਨ ਆਵੇ ਇਹ ਸਤਿਕਾਰਯੋਗ ਚਾਚਾ ਲਾਲੂ ਜੀ, ਜਿਵੇਂ ਸੂਰਜ ਦੇ ਲਾਗੇ ਹਨੇਰਾ ਨਹੀਂ ਆਉਂਦਾ, ਇਸ ਤਰ੍ਹਾਂ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਨੇੜੇ ਵਿਕਾਰ ਨਹੀਂ ਆਉਂਦੇ। ਮਹਾਰਾਜ ਸਾਹਿਬ ਜੀ ਦਾ ਸੋਹਣਾ ਸਰੀਰ ਉਹ ਸਮਦਮ ਦੇ ਨਾਲ ਸੋਭਣੀਕ ਹੋ ਰਿਹਾ, ਗਿਆਨ ਦੇ ਨਾਲ ਸੋਭਣੀਕ ਹੋ ਰਿਹਾ। ਮਨ ਤੇ ਕਾਬੂ ਹੈ ਗੁਰੂ ਸਾਹਿਬ ਜੀ ਦਾ, ਇੰਦਰੀਆਂ ਤੇ ਕਾਬੂ ਹੈ ਤੇ ਸਰੀਰ ਮਹਾਰਾਜ ਸਾਹਿਬ ਜੀ ਦਾ ਜਾਣੋ ਗਿਆਨ ਹੀ ਸੋਭਣੀਕ ਹੋ ਰਿਹਾ ਹੈ। ਆਤਮ ਭਗਤ ਜਗਤ ਬਿਦਤਾਵਹਿ ਮਹਾਰਾਜ ਸਾਹਿਬ ਜੀ ਭਗਤੀ ਰੂਪੀ ਧੁੱਪ ਨੂੰ ਸੰਸਾਰ ਦੇ ਵਿੱਚ ਪ੍ਰਗਟ ਕਰ ਰਹੇ ਹਨ। ਪਤਰੇ ਦੇ ਚਲਿਓ ਤਤਕਾਲਾ ਇਸ ਤਰ੍ਹਾਂ ਪੱਤਰੇ ਲੈ ਕਰਕੇ ਚੱਲ ਪਏ ਛੇਤੀ। ਜੈ ਖਡੂਰ ਮਹਿ ਗੁਰੂ ਕਿਰਪਾਲਾ ਜਿੱਥੇ ਖਡੂਰ ਸਾਹਿਬ ਵਿੱਚ ਕਿਰਪਾ ਦੇ ਘਰ ਕਿਰਪਾਲੂ ਦਿਆਲੂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਹਨ। ਦੋਹਰਾ ਪੈਸੇ ਅੰਗਦ ਰਜੇ ਬੰਦੇ ਪਰ ਅਰਬਿੰਦ
ਖਡੂਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਬੈਠੇ ਹੋਏ ਸੋਭਨੀਕ ਹੋ ਰਹੇ ਆ। ਰਾਏ ਭੋਏ ਦੀ ਤਲਵੰਡੀ ਤੋਂ ਸਾਰਾ ਸਫ਼ਰ ਤੈਅ ਕਰਕੇ ਭਾਈ ਬਾਲਾ ਜੀ ਤੇ ਲਾਲਾ ਪੰਨੂ ਜੀ ਦੋਵੇਂ ਸਿੱਖ ਪਹੁੰਚ ਗਏ ਜਨਮ ਪੱਤਰੀ ਲੈ ਕੇ। ਮਹਾਰਾਜ ਸਾਹਿਬ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਨਮਸਕਾਰ ਕੀਤੀ ਹੈ। ਹਿਰਦੇ ਵਿੱਚ ਬਹੁਤ ਖੁਸ਼ ਹੋਏ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਤੇ ਦੋਨਾਂ ਸਿੱਖਾਂ ਨੂੰ ਅਸੀਸ ਦਿੱਤੇ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਤੁਹਾਡੇ ਚਿੱਤ ਵਿੱਚ ਸਦਾ ਗੋਬਿੰਦ ਵਸਿਆ ਰਵੇ, ਸਦਾ ਪਰਮੇਸ਼ਰ ਵਾਹਿਗੁਰੂ ਜੀ ਦਾ ਵਾਸਾ ਹੋਵੇ। ਤੋਰਨ ਲੱਗਿਆ ਆਖਿਆ ਸੀ ਭਾਈ ਬਾਲੇ ਕਦੀ ਕਰਤਾਰ ਨਾ ਚਿੱਤ ਵਿੱਚੋਂ ਵਿਸਰੇ। ਜਦੋਂ ਆ ਗਏ ਅਤੇ ਕਹਿੰਦੇ ਰਹਿ ਚਿੱਤ ਗੋਬਿੰਦ, ਸਦਾ ਚਿੱਤ ਵਿੱਚ ਗੋਬਿੰਦ ਵਸੇ। ਹੁਣ ਜਨਮ ਪੱਤਰੀ ਲੈ ਕੇ ਆ ਗਏ ਨਾ ਭਾਈ ਬਾਲਾ ਜੀ ਤੇ ਲਾਲਾ ਪੰਨੂ ਜੀ, ਬਹੁਤ ਭਾਈ ਬਾਲਾ ਜੀ ਉੱਤੇ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਖੁਸ਼ੀ ਕੀਤੀ। ਫਿਰ ਜਨਮ ਪੱਤਰੀ ਆਪਣੇ ਹੱਥਾਂ ਵਿੱਚ ਲਈ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਬਹੁਤ ਸਤਿਕਾਰ ਦੇ ਨਾਲ ਨਮਸਕਾਰ ਕਰਕੇ ਜਨਮ ਪੱਤਰੀ ਨੂੰ ਆਪਣੇ ਸਿਰ ਉੱਤੇ ਰੱਖ ਲਿਆ, ਆਪਣੇ ਸੀਸ ਉੱਤੇ ਰੱਖ ਲਈ ਵੀ ਇਸ ਜਨਮ ਪੱਤਰੀ ਦੇ ਵਿੱਚ ਮੇਰੇ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦੀ ਤਰੀਕ ਲਿਖੀ ਹੋਈ ਹੈ, ਸਮਾਂ ਲਿਖਿਆ ਹੋਇਆ, ਤੇ ਆਪਣੇ ਸੀਸ ਉੱਤੇ ਚੜਾਈ ਹੈ ਸਤਿਕਾਰ ਦੇ ਨਾਲ। ਬਹੁਤ ਪ੍ਰੇਮ ਕਰਕੇ ਭਾਉ ਕਰਕੇ ਹਿਰਦੇ ਨਾਲ ਲਾ ਲਈ ਜਨਮ ਪੱਤਰੀ। ਆਖਿਆ ਭਾਈ ਬਾਲਾ ਜੀ ਤੁਸੀਂ ਤੇ ਜਨਮ ਪੱਤਰੀ ਕੀ ਜਾਣੋ, ਗੁਰੂ ਸਾਹਿਬ ਦਾ ਦਰਸ਼ਨ ਹੀ ਕਰਵਾ ਦਿੱਤਾ ਹੈ। ਜਿਸ ਗੁਰੂ ਸਾਹਿਬ ਜੀ ਦੀ ਸੰਗਤ ਕਰਕੇ, ਜਿਨ੍ਹਾਂ ਦੇ ਬਚਨਾਂ ਨੂੰ ਸੁਣ ਕਰਕੇ ਸਾਡੇ ਹਿਰਦੇ ਦਾ ਭਰਮ ਭੱਜ ਗਿਆ ਹੈ। ਜਦੋਂ ਜਨਮ ਪੱਤਰੀ ਖੋਲ ਕੇ ਵੇਖੀ ਨਾ ਤੇ ਉਹ ਸੰਸਕ੍ਰਿਤ ਵਿੱਚ ਲਿਖੀ ਹੋਈ ਸੀ, ਪੰਡਤ ਹਰਦਿਆਲ ਨੇ ਲਿਖੀ ਸੀ ਨਾ, ਉਹ ਸੰਸਕ੍ਰਿਤ ਪੜ੍ਹੇ ਹੋਏ ਸੀ ਪੰਡਤ ਹਰਦਿਆਲ ਜੀ, ਤੇ ਉਹ ਸੰਸਕ੍ਰਿਤ ਵਿੱਚ ਲਿਖੀ ਸੀ ਸਾਰੀ ਤਰੀਕ। ਜਦੋਂ ਵੇਖਿਆ ਵੀ ਸੰਸਕ੍ਰਿਤ ਅੱਖਰ ਲਿਖੇ ਹੋਏ ਆ, ਫਿਰ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਬਚਨ ਕੀਤੇ। ਇਹਨਾਂ ਸੰਸਕ੍ਰਿਤ ਦੇ ਅੱਖਰਾਂ ਨੂੰ ਜਿਹੜਾ ਸਿੱਖ ਜਾਣਦਾ ਹੋਵੇ ਉਹ ਇਹ ਅੱਖਰ ਪੜ੍ਹੇ ਤੇ ਪੜ੍ਹ ਕੇ ਇਹਨਾਂ ਦੇ ਅਰਥ ਕਰਕੇ ਸਾਨੂੰ ਸੁਣਾਵੇ। ਅਸੀਂ ਚਾਹੁੰਦੇ ਹਾਂ ਕਿ ਇਹ ਸੰਸਕ੍ਰਿਤ ਵਾਲੇ ਅੱਖਰਾਂ ਨੂੰ ਗੁਰਮੁਖੀ ਵਿੱਚ ਕਰਵਾ ਦਿੱਤਾ ਜਾਵੇ ਤੇ ਇਹ ਪੜ੍ਹਨਗੇ ਸੁਣਨਗੇ ਸਿੱਖ ਤੇ ਉਹਨਾਂ ਨੂੰ ਗੁਰਮਤਿ ਪ੍ਰਾਪਤ ਹੋਵੇਗੀ। ਭਾਈ ਬਾਲਾ ਜੀ ਕਹਿਣ ਲੱਗੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦੋਂ ਸੰਸਾਰ ਵਿੱਚ ਪ੍ਰਗਟ ਹੋਏ, ਉਸ ਮੌਕੇ ਤੇ ਇੱਕ ਸਿੱਖ ਨੇ ਸੰਗਤ ਕੀਤੀ ਮਹਾਰਾਜ ਦੀ ਤੇ ਸਤਿਗੁਰੂ ਜੀ ਦੇ ਪਾਸੋਂ ਮਹਾਨ ਵਿਦਿਆ ਪ੍ਰਾਪਤ ਕੀਤੀ, ਇਹ ਸੰਸਕ੍ਰਿਤ ਅੱਖਰਾਂ ਦੀ ਵੀ ਤੇ ਗੁਰਮੁਖੀ ਦੇ ਅੱਖਰਾਂ ਦੀ ਵੀ। ਮਹਿਮਾ ਖਹਿਰਾ ਸੀ ਇੱਕ ਜੱਟ, ਉਸਨੇ ਬੇਨਤੀ ਕੀਤੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ, ਸੁਲਤਾਨ ਹੈ ਪੁਰਬਾਸ, ਕਿ ਪੈੜਾ ਮੁਖਾ ਨਾਮ ਦਾ ਖੱਤਰੀ ਸਿੱਖ ਵਾ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਰਹਿੰਦਾ ਮਹਾਰਾਜ। ਇਹ ਮਹਿਮੇ ਖਹਿਰੇ ਜੱਟ ਨੇ ਬੇਨਤੀ ਕੀਤੀ ਹੈ ਖਡੂਰ ਸਾਹਿਬ ਵਾਲੇ ਨੇ ਕਿ ਮਹਾਰਾਜ ਭਾਈ ਪੈੜਾ ਮੋਖਾ ਖੱਤਰੀ ਸਿੱਖ ਆ, ਉਹ ਸੁਲਤਾਨਪੁਰ ਸਾਹਿਬ ਰਹਿੰਦਾ। ਜਦੋਂ ਮਹਾਰਾਜ ਉੱਥੇ ਰਹਿੰਦੇ ਸੀ ਨਾ ਸੁਲਤਾਨਪੁਰ ਸਾਹਿਬ, ਉਦੋਂ ਉਸਨੇ ਗੁਰਮੁਖੀ ਅੱਖਰ ਵੀ ਸਤਿਗੁਰੂ ਜੀ ਤੋਂ ਸਿੱਖੇ ਸੀ ਤੇ ਸੰਸਕ੍ਰਿਤ ਵੀ ਸਿੱਖੀ ਸੀ। ਇਸ ਕਰਕੇ ਉਸ ਸਿੱਖ ਨੂੰ ਬੁਲਾਓ, ਸੰਸਕ੍ਰਿਤ ਪੜ੍ਹ ਕੇ ਵੀ ਸੁਣਾ ਦੇਵੇਗਾ, ਨਾਲ ਇਹਨੂੰ ਗੁਰਮੁਖੀ 'ਚ ਵੀ ਕਰ ਦੇਵੇਗਾ। ਫਿਰ ਮਹਾਰਾਜ ਸਾਹਿਬ ਨੇ ਉਸ ਸਿੱਖ ਨੂੰ ਭੇਜਿਆ ਤੇ ਉਹ ਭਾਈ ਪੈੜਾ ਮੋਖਾ ਜੀ ਨੂੰ ਇੱਥੋਂ ਖਡੂਰ ਸਾਹਿਬ ਲੈ ਕੇ ਗਏ। ਫਿਰ ਉਹ ਜਨਮ ਪੱਤਰੀ ਲਿਖੀ, ਫਿਰ ਅੱਗੇ ਸਾਰਾ ਗੁਰੂ ਸਾਹਿਬ ਦਾ ਇਤਿਹਾਸ ਲਿਖਣ ਦੀ ਸੇਵਾ ਭਾਈ ਪੈੜੇ ਮੋਖੇ ਨੇ ਇੱਥੋਂ ਦੇ ਸੁਲਤਾਨਪੁਰ ਲੋਧੀ ਦੇ ਸਿੱਖ ਨੇ ਕੀਤੀ, ਜੋ ਭਾਈ ਬਾਲੇ ਜੀ ਵਾਲੀ ਜਨਮ ਸਾਖੀ ਸਾਰੀ ਲਿਖੀ ਗਈ। ਤੋਂ ਬਾਕੀ ਬਚਨ ਕੱਲ ਦੇ ਦੀਵਾਨ ਵਿੱਚ ਸਾਧ ਸੰਗਤ ਜੀ ਅੱਗੇ ਆਉਣਗੇ। ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ, ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਔਰ ਆਪ ਜੀ ਦੀ ਸੇਵਾ ਦੇ ਵਿੱਚ ਬੇਨਤੀ ਹੈ ਕਿ ਧੰਨ ਧੰਨ ਬੇਬੇ ਨਾਨਕੀ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਜੋ ਕੇਸ ਸੰਭਾਲ ਦਿਵਸ
ਬਹੁਤ ਹੀ ਸਤਿਕਾਰ ਦੇ ਨਾਲ ਧੰਨ ਧੰਨ ਭਾਈ ਤਾਰੂ ਸਿੰਘ ਜੀ ਸ਼ਹੀਦ, ਉਹਨਾਂ ਨੂੰ ਯਾਦ ਕਰਦੇ ਹੋਇਆ ਮਨਾਇਆ ਜਾ ਰਿਹਾ ਹੈ। 1 ਤਰੀਕ ਨੂੰ, ਕੱਲ ਨੂੰ ਹੀ ਹੈ ਨਾ 1 ਤਰੀਕ। ਸੋ ਕੱਲ ਨੂੰ ਸਾਧ ਸੰਗਤ ਜੀ ਇਹ ਮਹਾਨ ਗੁਰਮਤਿ ਸਮਾਗਮ ਹੋ ਰਿਹਾ ਹੈ ਬੇਬੇ ਨਾਨਕੀ ਜੀ ਦੇ ਪਾਵਨ ਪਵਿੱਤਰ ਸਥਾਨ ਤੇ, ਇੱਥੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ। ਔਰ ਬਹੁਤ ਹੀ ਮਹਾਨ ਕੀਰਤਨੀਏ, ਕਥਾਵਾਚਕ ਔਰ ਕਵੀ ਸਿੰਘ ਪਹੁੰਚ ਰਹੇ ਹਨ। ਆਪ ਸਾਰੀਆਂ ਸੰਗਤਾਂ ਨੇ ਇਹ ਦਿਨ ਦੇ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਗੁਰੂ ਕੇ ਲੰਗਰ ਵੀ ਅਟੁੱਟ ਵਰਤਣਗੇ। ਸੰਗਤਾਂ ਨੇ ਪਰਿਵਾਰਾਂ ਸਮੇਤ ਬੇਬੇ ਨਾਨਕੀ ਜੀ ਦੇ ਅਸਥਾਨ ਤੇ ਪਹੁੰਚ ਕਰਕੇ ਸਮੇਂ ਸਿਰ ਸੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਇਹ ਆਪ ਜੀ ਦੀ ਸੇਵਾ ਦੇ ਵਿੱਚ ਬੇਨਤੀ ਹੈ। हे गोविंद हे गोपाल हे दयाल लाल, प्राणनाथ अनाथ सखे दीन दर्द निवार, हे समरथ अगम पूरन मोहे मैया तार, अंधकूप महाभयान नानक पारे उतार, आए प्रभ शरणागति कृपा निध दयाल, एक अक्षर हर मन बसत नानक होत निहाल, कथा निता प्रत होत है सुनहो सिंह सुजान, नानक गुर गोबिंद सिंह जी सदा करे कल्याण, नानक गुर गोबिंद सिंह जी सदा करे कल्याण। वाहिगुरु जी का खालसा, वाहिगुरु जी की फतेह। सत श्री अकाल। वाहिगुरु जी का खालसा, वाहिगुरु जी की फतेह।